पंजाबी नैशनल टीवी के प्रोग्राम विचार चर्चा 'च आप सब दर्शकों का स्वागत। अज दे विचार चर्चा प्रोग्राम जिहड़े मुद्दे विचारने ने उन्हां दे विच हाड़ी सीजन दौरान खरीद पुराने ढंग नाल होवेगी। पंजाब दे विच गुरनाम सिंह ने नवां की आख्या, टकैत ते काफले ते हमले तो बाद टकैत ने की किया ते चोण कमिशन की कार हुई खराब ते चोण कमिशन पुज्जा भाजपा आगू की घर विच। इन्हां मुद्दिਆਂ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਸ਼ੁਕਰੀਆ ਜੀ। ਤੇ ਅੱਜ ਦੇ ਪਹਿਲੇ ਮੁੱਦੇ ਵੱਲ ਆਈਏ ਜੀ। ਕੇਂਦਰ ਅੜਿਆ ਹੋਇਆ, ਪੰਜਾਬ ਸਰਕਾਰ ਵੀ ਅੜ ਗਈ ਹੈ ਸਿੱਧੀ ਅਦਾਇਗੀ ਦੇ ਮਾਮਲੇ ਤੇ। ਉਹਨਾਂ ਨੇ ਕਹਿ ਦਿੱਤਾ ਵੀ ਪੁਰਾਣੇ ਢੰਗ ਨਾਲ ਹੀ ਫਸਲ ਦੀ ਖਰੀਦ ਕਰਾਂਗੇ ਤੇ ਇਹਦੇ ਬਾਰੇ ਦੱਸੋ ਵੀ ਕਿਵੇਂ ਇਹ ਸਭ ਕੁਝ ਹੋਏਗਾ। ਦੇਖੋ, ਜਿੱਦਾਂ ਤੁਸੀਂ ਦੱਸਿਆ ਕਿ ਕੇਂਦਰ ਅੜਿਆ ਹੋਇਆ, ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਕੇਂਦਰ ਸਰਕਾਰ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਸਰਕਾਰ ਨੂੰ ਕਹਿ ਰਹੀ ਆ ਕਿ ਤੁਸੀਂ ਜਿਹੜਾ ਆਪਣਾ ਵਿੱਚੋਂ ਰੋਲ ਆ ਉਹਨੂੰ ਮਿਨੀਮਾਈਜ਼ ਕਰ ਲਓ ਤੇ ਕੇਂਦਰ ਸਰਕਾਰ ਜਿਹੜੀ ਆ ਜਾਂ ਕੇਂਦਰ ਦੀਆਂ ਜਿਹੜੀਆਂ ਖਰੀਦ ਏਜੰਸੀਆਂ ਨੇ ਉਹ ਜਿਹੜਾ ਫਸਲ ਦੀ ਕੀਮਤ ਹੋਏਗੀ, ਜਿਹੜੀ ਫਸਲ ਦੀ ਲਾਗਤ ਆ, ਜੋ ਫਸਲ ਦਾ ਮੁੱਲ ਕਿਸਾਨ ਨੂੰ ਦੇਣਾ ਆ, ਉਹ ਡਾਇਰੈਕਟ ਟਰਾਂਸਫਰ ਕਰੂਗੀ। ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੇਂਦਰ ਸਰਕਾਰ ਜਿਹੜੀ ਆ ਉਹ ਡਾਇਰੈਕਟ ਟਰਾਂਸਫਰ ਵੱਲ ਆ ਰਹੀ ਆ। ਚਾਹੇ ਉਹ ਬੱਚਿਆਂ ਦੇ ਸਕੂਲਾਂ ਦੇ ਵਜ਼ੀਫੇ ਨੇ, ਚਾਹੇ ਉਹ ਕੁਝ ਹੋਰ ਸਕੀਮਾਂ ਨੇ, ਰਾਸ਼ਨ ਕਾਰਡ, ਰਾਸ਼ਨ ਨਾਲ ਮਿਲਣ ਵਾਲੀਆਂ ਚੀਜ਼ਾਂ ਨੇ, ਕਿਤੇ ਵੀ ਜਿੱਥੇ ਕਿਤੇ ਸਰਕਾਰੀ ਸਕੀਮਾਂ ਤੋਂ ਪੈਸਾ ਆਮ ਲੋਕਾਂ ਤੱਕ ਪਹੁੰਚਣਾ ਆ, ਉੱਥੇ ਡਾਇਰੈਕਟ ਬੈਨੀਫਿਟ ਟਰਾਂਸਫਰ ਜਿਹੜਾ ਆ DBT ਜਿਹੜੀ ਸਕੀਮ ਆ ਉਹਦੇ ਤੇ ਕਾਫੀ ਜ਼ੋਰ ਦਿੱਤਾ ਜਾ ਰਿਹਾ। ਇਹ ਬਹੁਤ ਪਹਿਲਾਂ ਵੀ ਸਰਕਾਰਾਂ ਨੇ ਬਹੁਤ ਗੱਲ ਕੀਤੀ ਆ। ਅਸੀਂ ਇਹਦੇ ਜੇ ਪਿਛੋਕੜ 'ਚ ਜਾਈਏ ਤਾਂ ਜਦੋਂ ਇੱਕ ਵਾਰੀ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਕੇਂਦਰ ਤੋਂ 1 ਰੁਪਈਆ ਜਾਂਦਾ ਆ ਤੇ ਥੱਲੇ ਤੱਕ ਪਹੁੰਚਦੇ ਆ ਉਹ ਕੁਝ 9 ਪੈਸੇ ਰਹਿ ਜਾਂਦੇ ਆ, ਜਾਂ 10 ਪੈਸੇ 9 ਪੈਸੇ, ਕੁਝ ਉਹਨਾਂ ਨੇ ਇਹੋ ਜਿਹੀ ਗੱਲ ਕੀਤੀ ਸੀ ਕਿ 110 ਵੀ ਨਹੀਂ ਰਹਿ ਜਾਂਦਾ। ਸੋ ਇਹ ਬਹੁਤ ਪੁਰਾਣੀ ਗੱਲ ਆ, 30-35 ਸਾਲ ਪਹਿਲਾਂ ਦੀ ਇਹ ਕੀਤੀ ਹੋਈ ਗੱਲ ਆ, ਪਰ ਅੱਜ ਉਹਦੇ ਤੇ ਕੁਝ ਅਮਲ ਜਿਹੜਾ ਹੁੰਦਾ ਉਹ ਨਜ਼ਰ ਆ ਰਿਹਾ। ਹਾਲਾਂਕਿ ਜਦੋਂ ਅਸੀਂ ਇਸ ਅਮਲ ਦੀ ਗੱਲ ਕਰਦੇ ਹਾਂ, ਉਹਦੀ ਟਾਈਮਿੰਗ ਤੇ ਸਵਾਲ ਕਰਦੇ ਹਾਂ, ਤੇ ਫਿਰ ਉਹ ਨਜ਼ਰ ਆਉਂਦਾ ਉਹਦੇ ਪਿਛੋਕੜ ਦੇ ਵਿੱਚ ਕਿਸਾਨ ਅੰਦੋਲਨ, ਕਿਸਾਨਾਂ ਦੇ ਜਿਹੜੇ ਹਾਲਾਤਾਂ ਦਾ ਸਾਜ਼ਗਾਰ ਨਾ ਹੋਣਾ, ਆੜਤੀਆਂ ਦੇ ਨਾਲ ਉਹਨਾਂ ਦੇ ਸਬੰਧਾਂ ਦਾ ਠੀਕ ਹੋਣਾ। ਬੀਤੇ ਦੇ ਵਿੱਚ ਕਿਸਾਨ ਵੀ ਇਹ ਗੱਲ ਕਹਿ ਚੁੱਕੇ ਆ ਕਿ ਸਾਨੂੰ ਸਿੱਧੇ ਅਦਾਇਗੀ ਜਿਹੜੀ ਮਿਲੇ ਤੇ ਚੰਗੀ ਆ, ਪਰ ਬਹੁਤ ਵਾਰ ਜਿਹੜੇ ਮਿਡਲ ਜਿਹੜੀ ਹੈਗੀ ਆ ਲਾਈਨ ਦੇ ਕਿਸਾਨ ਆ, ਜਿਹੜੇ ਆਮ ਲੋਕ ਆ, ਜਿਹੜੇ 5 ਏਕੜ ਤੋਂ ਘੱਟ ਜਾਂ 10 ਏਕੜ ਤੱਕ ਦੀ ਜਿਹੜੀ ਖੇਤੀ ਵਾਲੇ ਕਿਸਾਨ ਆ, ਉਹਨਾਂ ਨੇ ਪਹਿਲਾਂ ਬਹੁਤ ਸਾਰੇ ਪੈਸੇ ਅਕਸਰ ਆੜਤੀਆਂ ਤੋਂ ਜਾਂ ਕਿਸੇ ਹੋਰ ਧਿਰਾਂ ਤੋਂ ਲੈ ਕੇ ਵਰਤੇ ਹੁੰਦੇ ਨੇ। ਬਹੁਤ ਸਾਰੀ ਜਿਹੜੀ ਫਸਲ ਆ ਉਹ ਇਹੋ ਜਿਹੇ ਲੋਕਾਂ ਦੁਆਰਾ ਬੀਜੀ ਤੇ ਵਾਹੀ ਜਾਂਦੀ ਆ ਜਿਹੜੇ ਆਪ ਜ਼ਮੀਨ ਦੇ ਮਾਲਕ ਨਹੀਂ ਹਨ। ਬੇਸ਼ੱਕ ਕੇਂਦਰ ਨੇ ਇਹ ਗੱਲ ਕਹੀ ਹੋਈ ਆ ਕਿ ਅਸੀਂ ਜਿਹੜੀ ਆ ਡਾਇਰੈਕਟ ਬੈਨੀਫਿਟ ਦੇਣਾ ਆ, ਉਹ ਪਿਛਲੇ ਸਾਲ ਤੋਂ ਕਹਿ ਰਿਹਾ, ਪਰ ਲੋਕਲ ਸਰਕਾਰ ਨੇ, ਸੂਬਾ ਸਰਕਾਰ ਨੇ ਇਹਦੀ ਤਿਆਰੀ ਜਿਹੜੀ ਸੀ ਨਹੀਂ ਕੀਤੀ। ਇਹ ਬੀਤੇ ਦੀਆਂ ਗੱਲਾਂ ਨੇ। ਕੱਲ ਆੜਤੀਆਂ ਨਾਲ ਮੁਲਾਕਾਤ ਕੀਤੀ ਕੈਪਟਨ ਸਾਹਿਬ ਨੇ ਤੇ ਸਾਫ਼ ਦਿੱਤਾ, ਇਹ ਸੰਦੇਸ਼ ਦੇ ਦਿੱਤਾ ਮੀਡੀਆ ਦੇ ਵਿੱਚ ਵੀ ਤੇ ਅਖਬਾਰ ਦੇ ਵਿੱਚ ਵੀ, ਤੇ ਆੜਤੀਆਂ ਨੂੰ ਵੀ ਕਹਿਤਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਲਾਲ ਸਿੰਘ ਜੋ ਮੰਡੀ ਬੋਰਡ ਦੇ ਡਾਇਰੈਕਟਰ ਨੇ, ਉਹਨਾਂ ਨੇ ਵੀ ਇਹੀ ਗੱਲ ਕੀਤੀ, ਚੇਅਰਮੈਨ ਮੰਡੀ ਬੋਰਡ ਸੌਰੀ। ਤੇ ਅੱਜ ਦੀ ਅਖਬਾਰ ਇਹ ਕਹਿੰਦੀ ਆ ਕਿ ਜਿਹੜੀਆਂ ਪੰਜਾਬ ਦੀਆਂ ਏਜੰਸੀਆਂ ਨੇ ਤੇ ਨਾਲ ਹੀ FCI ਜਿਹੜੀ ਕਿ ਪੰਜਾਬ ਦੇ ਵਿੱਚੋਂ 20% ਕਣਕ ਖਰੀਦੇਗੀ, ਉਹ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ, ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਕੇਂਦਰ ਸਰਕਾਰ ਦੇ ਨਾਲ ਬਿਲਕੁਲ ਜਿਹੜਾ ਆ ਰੇੜਕੇ ਦੀ ਸਥਿਤੀ ਪੈਦਾ ਕਰਕੇ, ਮੈਂ ਨਹੀਂ ਕਹਿੰਦਾ ਕਿ ਇਹਨਾਂ ਨੇ ਕੀਤੀ ਆ, ਚਾਹੇ ਇਹਨਾਂ ਨੇ ਕੀਤੀ ਆ ਚਾਹੇ ਉਹਨਾਂ ਨੇ ਕੀਤੀ ਆ, ਭਾਈਵਾਲ ਦੋਨੇ ਨੇ। ਜੇ ਬੀਤੇ ਸਮੇਂ ਦੇ ਵਿੱਚ ਇਹ ਫੈਸਲਾ ਹੋ ਗਿਆ ਸੀ ਤਾਂ ਇਹਨਾਂ ਨੂੰ ਤਿਆਰੀ ਕਰਨੀ ਚਾਹੀਦੀ ਸੀ। ਜੇ ਇਹਨਾਂ ਨੇ ਇਹ ਗੱਲ ਨਹੀਂ ਕਰਨੀ ਸੀ ਤਾਂ ਬੀਤੇ ਸਮੇਂ ਦੇ ਵਿੱਚ ਇਸ ਨੂੰ ਕੁਝ ਸਮਾਂ ਰਹਿੰਦਿਆਂ ਹੋਇਆਂ ਇਹਦੀ ਗੱਲ ਕਰਨੀ ਚਾਹੀਦੀ ਸੀ। ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ। ਇਹ ਮੇਰਾ ਖਿਆਲ ਆ ਪਹਿਲੀ ਵਾਰ ਹੋ ਰਿਹਾ ਕਿ ਪਹਿਲੀ ਦੀ ਬਜਾਏ ਅਪ੍ਰੈਲ ਜਿਹੜੀ ਖਰੀਦ ਆ ਉਹ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਸੋ ਇਹਨੂੰ ਸਮਾਂ ਰਹਿੰਦਿਆਂ ਹੱਲ ਕਰਨਾ ਚਾਹੀਦਾ ਸੀ। ਹੁਣ ਜੇ ਅਸੀਂ ਡਾਂਗ ਖੜੀ ਕਰ ਲਈ ਆ ਕਿ ਇੱਦਾਂ ਹੀ ਕਰਨੀ ਹੈ, ਤੇ ਪਰਮਿੰਦਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਿੱਟੇ ਸਾਹਮਣੇ ਆਉਣਗੇ ਕਿ ਕੀ ਪੰਜਾਬ ਸਰਕਾਰ ਨੇ ਜੋ ਗੱਲ ਕਹੀ ਆ ਉਹ ਕਰ ਸਕਣਗੇ। ਕੈਪਟਨ ਸਰਕਾਰ ਹਮੇਸ਼ਾ ਇਸ ਗੱਲ ਲਈ ਜੱਦੋਜਹਿਦ ਵਿੱਚ ਰਹਿੰਦੀ ਆ, ਤੇ ਉਹ ਇਸ ਗੱਲ ਲਈ ਹਮੇਸ਼ਾ ਸਫਲ ਵੀ ਰਹੇ ਆ ਕਿ ਜਿਹੜੀ ਫਸਲ ਆ ਉਹ ਟਾਈਮ ਸਿਰ ਚੱਕੀ ਜਾਂਦੀ ਹੈ ਤੇ ਅਦਾਇਗੀ ਵੀ ਕੀਤੀ ਜਾਂਦੀ ਹੈ। ਪਰ ਇਸ ਵਾਰ ਉਹ ਕਿੱਦਾਂ ਕਰੇਗੀ? ਪਨਗ੍ਰੇਨ ਆ, ਪਨਸਪ ਆ, ਵੇਅਰ ਹਾਊਸਿੰਗ ਕਾਰਪੋਰੇਸ਼ਨ ਆ, 1-2 ਹੋਰ ਪੰਜਾਬ ਦੀਆਂ ਏਜੰਸੀਆਂ ਆ, ਉਹਨਾਂ ਨੇ ਕਰਨੀ ਆ। ਕਿਸੇ ਨੇ 20% ਆ, 22% ਆ, 23% ਆ, ਜਿਹੜੀ 13% ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਖਰੀਦ ਕਰਨੀ ਆ। 20% ਜਿਹੜੀ ਫਸਲ ਦਾ ਹਿੱਸਾ ਆ ਖਰੀਦਣ ਦਾ, ਉਹ ਹੈਗਾ ਆ FCI ਦੇ ਹਿੱਸੇ। FCI ਕੇਂਦਰ ਸਰਕਾਰ ਕੋਲ ਆ। ਜੇ ਉਹ ਮਨਾ ਕਰ ਦੇਣਗੇ ਕਿ ਅਸੀਂ ਸਿੱਧੀ ਹੀ ਅਦਾਇਗੀ ਕਰਨੀ ਆ, ਤੇ ਉਹ ਜਿਹੜਾ ਇੱਕ ਰੇੜਕੇ ਦੀ ਸਥਿਤੀ ਪੈਦਾ ਹੋਊਗੀ। ਜਦੋਂ ਅਸੀਂ FCI ਦੀ ਹੀ ਗੱਲ ਕਰੀਏ ਤੇ ਪਿਛਲੇ ਸਾਲ ਦਾ ਜਾਂ ਪਿਛਲੀਆਂ ਫਸਲਾਂ ਦਾ ਕੋਈ 125 ਕਰੋੜ ਦੇ ਕਰੀਬ, 130-31 ਕਰੋੜ ਰੁਪਈਆ ਆੜਤੀਆਂ ਦਾ ਫਸਿਆ ਹੋਇਆ, ਜਿਹੜਾ FCI ਨੇ ਹਾਲੇ ਤੱਕ ਜਾਰੀ ਨਹੀਂ ਕੀਤਾ। ਸੋ ਸਥਿਤੀ ਜਿਹੜੀ ਰੇੜਕੇ ਵਾਲੀ ਹੈ। ਪਰ ਇਹਦੇ ਵਿੱਚ ਜੇ
ਆਉਣ ਵਾਲੇ ਸਮੇਂ 'ਚ ਕੁਝ ਵੀ ਸਮੱਸਿਆ ਖੜੀ ਹੁੰਦੀ ਆ ਤਾਂ ਨੁਕਸਾਨ ਜਿਹੜਾ ਹੈ ਉਹ ਕਿਸਾਨਾਂ ਦਾ ਹੋਣਾ। ਇਹ ਦੋਨੋਂ ਸਿਆਸੀ ਧਿਰਾਂ ਨੇ, ਚਾਹੇ ਪੰਜਾਬ ਦੀ ਸਰਕਾਰ ਆ ਤੇ ਚਾਹੇ ਸੈਂਟਰ ਦੀ ਸਰਕਾਰ ਆ। ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਇਹਨੂੰ ਉੱਪਰੋਂ ਦੇਖਣ ਤੋਂ ਇੰਝ ਲੱਗੇਗਾ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਨਾਲ ਗਲਤ ਵਿਵਹਾਰ ਕਰ ਰਹੀ ਆ। ਤੇ ਇਹ ਵੀ ਗੱਲ ਦੇਖਣੀ ਪਊਗੀ ਕਿ ਬਾਕੀ ਸੂਬਿਆਂ ਦੇ ਵਿੱਚ ਸਰਕਾਰ ਇਹਨਾਂ ਚੀਜ਼ਾਂ ਨੂੰ ਕਿੱਦਾਂ ਚਲਾ ਰਹੀ ਆ ਤੇ ਕਿੱਦਾਂ ਕਰ ਰਹੀ ਆ। ਅਸੀਂ ਜਾਣਦੇ ਹਾਂ ਕਿ MSP ਦਾ ਰੌਲਾ ਪੰਜਾਬ ਤੇ ਹਰਿਆਣੇ ਨੂੰ ਛੱਡ ਕੇ ਬਾਕੀ ਮੁਲਕ ਦੇ ਵਿੱਚ ਹੈ ਨਹੀਂ। ਇੱਥੋਂ ਇਹ ਖਤਮ ਕਰਨ ਤੇ ਤੁਲੇ ਹੋਏ ਆ। ਇਹਦੇ ਪਿਸ਼ਟ ਭੂਮੀ ਦੇ ਵਿੱਚ ਹੀ, ਇਹਦੀ ਬੈਕਗਰਾਉਂਡ ਦੇ ਵਿੱਚ ਹੀ, ਇਹਦੀ ਬੈਕਡ੍ਰੌਪ ਦੇ ਵਿੱਚ ਹੀ ਕਿਸਾਨ ਅੰਦੋਲਨ ਚੱਲ ਰਿਹਾ। ਤੇ ਹੁਣ ਉਸ ਕੇਂਦਰ ਸਰਕਾਰ ਦਾ ਜ਼ੋਰ ਲੱਗਾ ਹੋਇਆ ਆਪਣੀਆਂ ਗੱਲਾਂ ਨੂੰ ਮਨਾਉਣ ਤੇ ਪੰਜਾਬ ਸਰਕਾਰ ਹੁਣ ਭਾਵੇਂ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸ ਰਹੀ ਆ, ਪਰ ਇਹ ਜਿਹੜੀ ਗੱਲ ਆ ਇਹਦੇ ਵਿੱਚ ਅਸਲੀਅਤ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਰਾਜਨੀਤੀ ਆ ਉਹ ਜ਼ਿਆਦਾ ਨਜ਼ਰ ਆ ਰਹੀ ਹੈ। ਆਉਣ ਵਾਲੇ ਦਿਨਾਂ ਤੋਂ ਸਮਝ ਲੱਗੂਗੀ। 10 ਤਰੀਕ ਤੋਂ ਖਰੀਦ ਸ਼ੁਰੂ ਹੋਣੀ ਆ, ਹਾਲੇ ਉਹਦੇ 'ਚ ਹਫ਼ਤਾ ਕੁ ਹੈਗਾ। ਦੇਖੋ ਹੁਣ ਉਹਨਾਂ ਦੀ ਜਿਹੜੀ ਗਰੰਟੀ ਆ ਉਹ ਕੈਸ਼ ਸਕੀਮ, ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਜਿਹੜੀ CCL ਜਿਹਦੀ ਅਸੀਂ ਅਕਸਰ ਜ਼ਿਕਰ ਕਰਦੇ ਆ, ਉਹ ਮਿਲਦੀ ਆ ਕਿ ਨਹੀਂ ਮਿਲਦੀ। ਜੇ ਮਿਲਦੀ ਆ ਤਾਂ ਕਿੱਦਾਂ ਮਿਲਦੀ ਆ। ਜੇ ਸੂਬਾ ਸਰਕਾਰ ਨੂੰ ਪੇਮੈਂਟਸ ਨਹੀਂ ਆਉਂਦੀ, ਸਿੱਧੀ ਲੋਕਾਂ ਦੇ ਖਾਤਿਆਂ 'ਚ ਆਉਂਦੀ ਆ ਤੇ ਲੋਕਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਉਹਦੇ ਲਈ, ਤੇ ਉਹ ਜਿਹੜੀ ਸਥਿਤੀ ਆ, ਭਾਵੇਂ ਇਹਨਾਂ ਨੇ ਬਿਆਨ ਜ਼ਰੂਰ ਦੇ ਦਿੱਤਾ, ਪਰ ਗੱਲ ਜਿਹੜੀ ਆ ਜੋ ਅਮਲ ਹੋਣਾ ਆ ਜਿਸ ਚੀਜ਼ ਦੇ ਉੱਤੇ, ਉਹ ਸਿਰਫ ਬਿਆਨ ਦੇਣ ਨਾਲ ਨਹੀਂ ਹੋਣਾ। ਉਹਦੇ ਲਈ ਪੂਰੀ ਤਿਆਰੀ ਕਰਨੀ ਪੈਣੀ ਆ। ਬਹੁਤ ਸਾਰੇ ਕੰਮ ਜਿਹੜੇ ਆ ਕਰਨੇ ਪੈਣਗੇ, ਉਹ ਹਾਲੇ ਤੱਕ ਕੋਈ ਨਹੀਂ ਕੀਤੇ ਹੋਏ। ਇੱਕ ਗੱਲ ਪੱਕੀ ਹੋਈ ਆ ਵੀ ਤਲਾਈ, ਛੜਾਈ ਜਾਂ ਸਫਾਈ ਜਿਹੜੀ ਆ ਉਹ ਪਹਿਲਾਂ ਵਾਂਗ ਹੀ ਹੋਣੀ ਆ। ਕਣਕ ਜਿਹੜੀ ਆ ਉਹਨਾਂ ਹੀ 1800 ਦੇ ਕਰੀਬ ਪੱਕੀਆਂ ਮੰਡੀਆਂ ਨੇ, 2800 ਦੇ ਕਰੀਬ ਕੱਚੇ ਯਾਰਡ ਨੇ ਜੋ ਕਰੋਨਾ ਦੇ ਤਰੀਕੇ ਨਾਲ ਬਣਾਏ ਹੋਏ ਨੇ ਜਾਂ ਹੋਰ ਸਮੇਂ ਦੇ ਉਹਦੀ ਫਸਲ ਦੀ ਮੰਗ ਨੂੰ ਦੇਖਦੇ ਹੋਏ ਬਣਾਏ ਹੋਏ ਨੇ, ਉੱਥੇ ਹੀ ਹੋਣੀ ਆ। ਬਾਹਰਲੀਆਂ ਜਿਹੜੀਆਂ ਮੰਡੀਆਂ ਆ, ਜਿੱਦਾਂ ਪਿਛਲੇ 3 ਕਾਨੂੰਨ ਲਾਗੂ ਕੀਤੇ ਸੀ, ਉਹਦੇ ਹਿਸਾਬ ਨਾਲ ਤਾਂ ਲੱਗਦਾ ਸੀਗਾ ਕਿ ਇਦਾਂ ਹੋਊਗੀ, ਪਰ ਕਿਉਂਕਿ ਉਹਦੇ ਤੇ ਹਾਲੇ ਤੱਕ ਰੋਕ ਲੱਗੀ ਹੋਈ ਆ। ਕਾਗਜ਼ਾਂ ਦੇ ਵਿੱਚ ਤਾਂ ਪਾਸ ਹੋ ਗਏ ਨੇ, ਪਰ ਕੋਰਟ ਤੋਂ ਵੀ ਕਮੇਟੀ ਚੱਲਦੀ ਆ ਤੇ ਕਿਸਾਨ ਅੰਦੋਲਨ ਦੇ ਚੱਲਦੇ ਹਾਂ ਹਾਲੇ ਤੱਕ ਉਹੋ ਜਿਹੀ ਗੱਲ ਤੇ ਕੋਈ ਨਹੀਂ ਹੈਗੀ। ਪਰ ਖਰੀਦ ਸਿੱਧੀ ਹੋਏਗੀ, ਪਿਛਲੇ ਢੰਗ ਨਾਲ ਹੋਵੇਗੀ ਤੇ ਨੁਕਸਾਨ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਆਮ ਤੌਰ ਤੇ ਕਾਸ਼ਤਕਾਰ ਦਾ ਹੋਣ ਦੀ ਸੰਭਾਵਨਾ ਹੈ। ਤੇ ਅੰਮ੍ਰਿਤਪਾਲ ਜੀ, ਇਹਦੇ ਨਾਲ ਹੀ ਜੁੜਿਆ ਮੁੱਦਾ ਮਜ਼ਦੂਰਾਂ ਦਾ ਹੈ, ਜਿਹੜਾ ਕੱਲ ਤੋਂ ਕਾਫੀ ਚਰਚਾ ਦੇ ਵਿੱਚ ਹੈ ਤੇ ਉਹ ਇੰਨੀ ਚਰਚਾ ਕਿਉਂ ਹੋ ਰਹੀ ਹੈ ਇਸ ਮੁੱਦੇ ਦੀ? ਬਿਲਕੁਲ ਜੀ, ਸਾਡੇ 10 ਚੋਂ 4 ਸਵਾਲ ਇਸੇ ਗੱਲ ਤੇ ਆਉਂਦੇ ਆ ਕਿ ਸਰਕਾਰ ਜਿਹੜੀ ਆ ਉਹ ਜਦੋਂ ਵੀ ਕੋਈ ਕੰਮ ਕਰਦੀ ਆ ਉਹਦੀ ਟਾਈਮਿੰਗ ਕੀ ਆ। 1-2 ਦਿਨਾਂ ਤੋਂ ਇਹ ਗੱਲ ਚਰਚਾ 'ਚ ਹੈ ਕਿ BSF ਜਿਹੜੀ ਬਾਰਡਰ ਸਿਕਿਉਰਿਟੀ ਫੋਰਸਿਸ ਆ, ਉਹਨਾਂ ਨੇ ਮਿਨਿਸਟਰੀ ਨੂੰ, ਹੋਮ ਅਫੇਅਰਸ ਨੂੰ ਜਿਹੜੀ ਜਾਣਕਾਰੀ ਦਿੱਤੀ ਆ ਕਿ ਪੰਜਾਬ ਦੇ ਕੁਝ ਬਾਰਡਰ ਜ਼ਿਲ੍ਹਿਆਂ 'ਚ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਤੇ ਗੱਲ ਸ਼ਾਇਦ ਹਰਿਆਣੇ ਦੇ ਅਬੋਹਰ ਦੀ ਵੀ ਆ, ਕੁਝ 1-2 ਜ਼ਿਲ੍ਹਿਆਂ ਦੀ ਹੋਰ ਵੀ। ਅਬੋਹਰ ਵੈਸੇ ਪੰਜਾਬ 'ਚ ਹੀ ਆਉਂਦਾ ਜੀ। ਤੇ ਉਹਦੇ 'ਚ ਹੈ ਕਿ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ, ਉੱਥੇ ਬਿਹਾਰ ਜਾਂ UP ਤੋਂ ਜਿਹੜੇ ਮਾਈਗ੍ਰੈਂਟਸ ਲੇਬਰ ਨੇ, ਉਹਨਾਂ ਤੋਂ ਜ਼ਬਰਦਸਤੀ ਕੰਮ ਕਰਾਇਆ ਜਾਂਦਾ। ਤੇ ਇੱਕ ਹੋਰ 'ਚ ਇਲਜ਼ਾਮ ਇਹ ਆ ਕਿ ਉਹਨਾਂ ਨੂੰ ਨਸ਼ਾ ਦੇ ਕੇ ਕੰਮ ਕਰਾਇਆ ਜਾਂਦਾ ਤੇ ਉੱਥੇ ਬਹੁਤ ਸਾਰੇ ਲੋਕਾਂ ਤੋਂ ਜ਼ਬਰਦਸਤੀ ਜਾਂ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਲੋਕ ਆ, ਉਹਨਾਂ ਤੋਂ ਗੈਰ ਜ਼ਰੂਰੀ ਕੰਮ ਜਿਹੜੇ ਆ ਉਹ ਲਏ ਜਾਂਦੇ ਆ, ਜਾਂ ਉਹਨਾਂ ਦੀ ਜਿਹੜੀ ਖਮਤਾ ਆ, ਜਿਹੜੀ ਉਹਨਾਂ ਦੀ ਜਿੰਨੀ ਸਰੀਰਕ ਸਮਰੱਥਾ ਆ, ਉਹ ਤੋਂ ਵੱਧ ਉਹਨਾਂ ਤੋਂ ਕੰਮ ਲੈ ਜਾਂਦੇ। ਮਤਲਬ ਸ਼ੋਸ਼ਣ ਕੀਤਾ ਜਾਂਦਾ, ਸ਼ੋਸ਼ਣ ਕੀਤਾ ਜਾਂਦਾ, ਇਦਾਂ ਕਹਿ ਲਓ। ਪਰ ਜਦੋਂ ਇਹਦੀ ਬੈਕਗਰਾਉਂਡ ਨੂੰ ਦੇਖੀਏ ਤੇ BSF ਨੇ ਕਿਹਾ ਕਿ ਪਿਛਲੇ 2 ਸਾਲਾਂ 'ਚ ਉਹਨਾਂ ਨੇ 58 ਦੇ ਕਰੀਬ ਇਹੋ ਜਿਹੇ ਲੋਕਾਂ ਨੂੰ ਮੁਕਤ ਕਰਵਾਇਆ। ਜੇ ਇਸ ਇਲਜ਼ਾਮ ਨੂੰ ਅਸੀਂ ਇਨ-ਬਿਨ ਮੰਨ ਲਈਏ ਤਾਂ ਕੀ ਇਹਦੇ ਲਈ ਕਿਸਾਨ ਜ਼ਿੰਮੇਵਾਰ ਨੇ? ਕਦੋਂ ਉਹ ਲੋਕ ਕਿੱਥੋਂ ਆਏ? ਕੀ ਪੰਜਾਬ ਦੇ ਕਿਸਾਨ ਉਹਨਾਂ ਨੂੰ ਲੈਣ ਜਾਂਦੇ ਨੇ? ਕੀ ਭਾਰਤ ਸਰਕਾਰ ਦੀ ਜਦੋਂ ਅਸੀਂ ਕਰੋਨਾ ਦੇ ਵਿੱਚ ਕਾਰਜਕਾਰੀ ਦੇਖੀ ਸੀ, ਕਿੰਨੇ ਹਜ਼ਾਰਾਂ ਲੱਖਾਂ ਜਿਹੜੇ ਸੀ ਇੱਥੋਂ ਲੋਕ, ਮਾਈਗ੍ਰੈਂਟ ਲੇਬਰਸ ਆ ਜਿਹੜੇ ਇੱਥੋਂ ਉੱਥੇ ਨੂੰ ਜਾਂਦੇ ਨੇ, ਉੱਥੋਂ ਇੱਥੇ ਨੂੰ ਆਉਂਦੇ ਨੇ, ਟ੍ਰੇਨਸ ਬੰਦ ਨੇ। ਹੋਲੀ ਦੇ ਨੇੜੇ ਵੀ ਲੱਖਾਂ ਦੀ ਗਿਣਤੀ 'ਚ ਲੋਕ ਬੱਸਾਂ 'ਚ ਗਏ ਨੇ। ਲਾਲੂ ਪ੍ਰਸਾਦ ਯਾਦਵ ਨੇ ਇੱਕ ਵਾਰ ਇਲੈਕਸ਼ਨ ਦੇ ਵਿੱਚ ਇੱਕ ਡਿਮਾਂਡ ਕੀਤੀ ਸੀ ਕਾਂਗਰਸ ਕੋਲ ਕਿ ਮੈਨੂੰ ਲੁਧਿਆਣੇ ਦੀ ਟਿਕਟ ਦੇ ਦਿਓ ਮੇਰੇ ਬੰਦੇ ਨੂੰ, ਕਿਉਂਕਿ ਉਹਨੂੰ ਪਤਾ ਸੀ ਕਿ ਇੱਥੇ ਲੱਖ ਤੋਂ ਜ਼ਿਆਦਾ ਵੋਟਰ ਨੇ, ਮਾਈਗ੍ਰੈਂਟ ਲੇਬਰਸ ਨੇ। ਤੇ ਉਦੋਂ ਨਹੀਂ ਇਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਮਾਈਗ੍ਰੈਂਟ ਲੇਬਰਸ ਆ ਉਹ ਕਿਹੋ ਜਿਹੇ ਹਾਲਾਤਾਂ 'ਚ ਰਹਿੰਦੇ ਨੇ ਤੇ ਕਿਹੋ ਜਿਹੇ ਹਾਲਾਤਾਂ 'ਚ ਨਹੀਂ ਰਹਿੰਦੇ। ਉਸ ਤੋਂ ਵੀ ਜੇ ਅਸੀਂ ਅਗਲੀ ਗੱਲ ਕਰੀਏ ਜਾ ਕੇ, ਚਾਹੇ ਉਹ UP ਆ, ਚਾਹੇ ਉਹ ਬਿਹਾਰ ਆ, ਚਾਹੇ ਉਹ ਕੁਝ ਹੋਰ ਸਟੇਟਾਂ ਜਿੱਥੋਂ ਵੀ ਲੇਬਰਸ ਆਉਂਦੇ ਨੇ, ਦੇਖੋ ਕੋਈ ਵੀ ਬੰਦਾ ਇੱਥੋਂ ਦੂਜੀ ਜਗ੍ਹਾ ਤੇ 2 ਹਾਲਾਤਾਂ 'ਚ ਜਾਂਦਾ, ਜਾਂ ਤੇ ਉਹਨੂੰ ਇੱਥੇ ਕੰਮ ਨਹੀਂ ਮਿਲਦਾ, ਜਾਂ ਉਹਨੂੰ ਉੱਥੇ ਜ਼ਿਆਦਾ ਵੱਖਰੀ ਗੱਲ, ਵਧੀਆ ਗੱਲ ਨਜ਼ਰ ਆਉਂਦੀ ਆ। ਜਿਵੇਂ ਸਾਡੇ ਲੋਕ ਜਾਂਦੇ ਨੇ ਬਹੁਤ ਸਾਰੇ ਕੈਨੇਡਾ, ਅਮਰੀਕਾ ਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ, ਉੱਥੇ ਅਸੀਂ ਵੱਖਰੇ ਜਾਂ ਚੰਗੇ ਭਵਿੱਖ ਲਈ ਜਾਂਦੇ ਹਾਂ, ਉੱਥੇ ਮਿਹਨਤ ਕਰਦੇ ਹਾਂ ਤੇ ਉੱਥੇ ਸਾਨੂੰ ਇੱਥੇ ਨਾਲੋਂ ਚੰਗੀਆਂ ਸਹੂਲਤਾਂ ਨਜ਼ਰ ਆਉਂਦੀਆਂ। ਤੇ ਜੇ ਸਾਡੇ ਲੋਕ ਬਿਹਾਰ ਜਾਂ UP ਤੋਂ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ
ਇੱਥੇ ਆਉਣ ਦੀ ਲੋੜ ਕਿਉਂ ਪੈਂਦੀ ਹੈ? ਜੀ ਕੇਂਦਰ ਸਰਕਾਰ ਹੁਣ ਤੱਕ ਲੇਬਰ ਦਾ ਕੋਈ ਡੇਟਾਬੇਸ ਨਹੀਂ ਬਣਾ ਸਕੀ। ਇੱਕ ਕੁੱਲ ਮਿਲਾ ਕੇ ਇਹਨਾਂ ਕੋਲ ਆਧਾਰ ਕਾਰਡ ਹੁਣ ਬਣਿਆ, ਉਹ ਵੀ 11 ਤੋਂ ਸ਼ੁਰੂ ਕੀਤਾ ਸੀ ਤੇ 21 ਆ ਗਿਆ। 8-10 ਸਾਲ ਦੇ ਵਿੱਚ ਆਪਣੇ ਹੀ ਲੋਕਾਂ ਨੂੰ ਇੱਕ ਸ਼ਨਾਖਤੀ ਕਾਰਡ ਬੜੇ ਮੁਸ਼ਕਲ ਨਾਲ ਇਹ ਜਾਰੀ ਕਰਵਾ ਸਕੇ। ਉਹਦੇ ਲਈ ਕੀ ਕੁਝ ਹੋਇਆ, ਕਿੰਨੀਆਂ ਸਕੀਮਾਂ, ਕਿੰਨੇ ਕੋਰਟ ਕੇਸ, ਸੁਪਰੀਮ ਕੋਰਟ ਹਾਲੇ ਵੀ ਕਹਿੰਦੀ ਆ ਕਿ ਜੇ ਇਹਨੂੰ ਤੁਸੀਂ ਲਾਜ਼ਮੀ ਨਹੀਂ ਵੀ ਕਰੋ ਤੇ ਜਿਹਦੇ ਕੋਲ ਨਹੀਂ ਹੈਗਾ ਉਹਦਾ ਕੰਮ ਜਿਹੜਾ ਹੈ ਚਲਾਈ ਜਾਓ, ਰੁਕਣਾ ਨਹੀਂ ਚਾਹੀਦਾ ਮਤਲਬ। ਤੇ ਹੁਣ ਇਹ ਜਿਹੜਾ ਇੱਕ ਜਿਹੜੀ ਘਟਨਾਕ੍ਰਮ ਆ, ਕਹਿ ਦੇਣਾ ਕਿ ਪੰਜਾਬ ਦੇ ਵਿੱਚ ਮਜ਼ਦੂਰਾਂ ਤੋਂ ਗੈਰ ਜ਼ਰੂਰੀ ਜਾਂ ਗੈਰ ਮਨੁੱਖੀ ਕੰਮ ਕਰਾਏ ਜਾਂਦੇ ਨੇ ਜਾਂ ਉਹਨਾਂ ਦੀ ਖਸ਼ਮਤਾ ਤੋਂ ਵੱਧ ਕੰਮ ਕਰਾਏ ਜਾਂਦੇ ਨੇ, ਉਹਨਾਂ ਨੂੰ ਸ਼ੋਸ਼ਣ ਕੀਤਾ ਜਾਂਦਾ ਹੈ, ਉਹ ਜਿਹੜੀ ਗੱਲ ਆ ਉਹ ਬਿਲਕੁਲ ਗਲਤ ਆ। ਉਹਦੇ ਹੋਰ ਬਹੁਤ ਸਾਰੇ ਪਹਿਲੂ ਨੇ ਜੀ। ਤੇ ਸ਼ਰਮਾ ਜੀ, ਹੋਰ ਸਾਰੇ ਪਹਿਲੂਆਂ ਤੇ ਆਪਾਂ ਚਰਚਾ ਕਰਾਂਗੇ, ਪਰ ਇਸ ਵੇਲੇ ਪ੍ਰੋਗਰਾਮ 'ਚ ਬ੍ਰੇਕ ਲੈਣੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫੇਰ ਤੋਂ ਸਵਾਗਤ ਕਰਦੇ ਹਾਂ। ਤੇ ਸ਼ਰਮਾ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜਾ ਮੁੱਦਾ ਚੱਲ ਰਿਹਾ ਸੀ, ਉਸੇ ਮੁੱਦੇ ਬਾਰੇ ਕੋਈ ਹੋਰ ਗੱਲ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਸੀ ਤੇ ਮੈਂ ਤੁਹਾਨੂੰ ਰੋਕ ਦਿੱਤਾ ਸੀ ਜੀ, ਤੇ ਹੁਣ ਇਸ਼ਾਰਾ ਹੈ ਵੀ ਤੁਸੀਂ ਗੱਲ ਸ਼ੁਰੂ ਕਰੋ। ਸਮਾਂ ਆ ਗਿਆ ਦੁਬਾਰਾ। ਦੇਖੋ, ਜਿਹੜੇ ਮਾਈਗ੍ਰੈਂਟ ਲੇਬਰਸ ਆ, ਜਿੱਥੋਂ ਤੱਕ ਉਹਨਾਂ ਨੂੰ ਨਸ਼ਾ ਦੇਣ ਦੀ ਗੱਲ ਆ, ਤੇ ਜੇ ਨਸ਼ੇ ਦੀ ਅਸੀਂ ਗੱਲ ਕਰੀਏ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਮਾਈਗ੍ਰੈਂਟ ਲੇਬਰਸ ਨਸ਼ਾ ਕਰਦੇ ਆ ਜਾਂ ਬਿਲਕੁਲ ਨਹੀਂ ਕਰਦੇ। ਜੀ, ਨਸ਼ੇ ਦਾ ਜਿਹੜਾ ਪਸਾਰਾ ਆ ਉਹ ਸਿਰਫ ਮਾਈਗ੍ਰੈਂਟ ਲੇਬਰਸ ਤੱਕ ਨਹੀਂ ਹੈ, ਉਹ ਸਾਰੀ ਦੁਨੀਆ 'ਚ ਆ। ਤੇ ਮਾਈਗ੍ਰੈਂਟ ਲੇਬਰਸ ਵੀ ਹੋ ਸਕਦਾ ਆ ਕੰਮ ਤੋਂ ਬਾਅਦ ਜਾਂ ਕੰਮ ਦੇ ਦੌਰਾਨ ਜਿੱਥੋਂ ਕਿਤੇ ਉਹਨਾਂ ਨੂੰ ਥੋੜਾ ਬਹੁਤ ਮਿਲਦਾ ਹੋਊਗਾ ਜਾਂ ਕਿਤੇ ਉਹਨਾਂ ਦੀ ਡਿਮਾਂਡ ਹੁੰਦੀ ਹੋਊਗੀ ਤੇ ਉਹ ਕਰ ਲੈਂਦੇ ਹੋਣਗੇ। ਪਰ ਮੇਰੇ ਵਿਚਾਰ ਦੇ ਵਿੱਚ ਜਾਂ ਮੇਰੇ ਸੰਪਰਕ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮਾਈਗ੍ਰੈਂਟ ਲੇਬਰਸ ਨੇ, ਸਾਡੇ ਆਪਣੇ ਪਿੰਡਾਂ 'ਚ ਰਹਿੰਦੇ ਨੇ, ਸਾਡੇ ਕੋਲ ਵੀ ਰਹਿੰਦੇ ਨੇ, ਜਿਹੜੇ ਬਿਲਕੁਲ ਸਾਫ਼ ਸੁਥਰਾ ਜ਼ਿੰਦਗੀ ਬਤੀਤ ਕਰਦੇ ਨੇ ਤੇ ਕੰਮ ਕਰਦੇ ਨੇ। ਰਹੀ ਗੱਲ ਉਹਨਾਂ ਨੂੰ ਲੋੜ ਤੋਂ ਵੱਧ ਕੰਮ ਕਰਵਾਉਣ ਦੀ, ਤੇ ਇਹੋ ਜਿਹਾ ਸੀਨ ਸਾਡੇ ਸਾਹਮਣੇ ਕੋਈ ਨਹੀਂ। ਇੱਕ ਜ਼ਮਾਨਾ ਸੀ ਜਦੋਂ ਜਿਹੜੇ ਲੇਬਰਸ ਆ, ਜਿਹੜੇ ਮਾਈਗ੍ਰੈਂਟ ਲੇਬਰਸ ਆ, ਉਹਨਾਂ ਨੂੰ ਅਸੀਂ ਘਰ 'ਚ ਰੱਖਿਆ ਹੁੰਦਾ ਸੀ ਤੇ ਮਹੀਨੇ ਦੀ ਜਿਹੜੀ ਤਨਖਾਹ ਤੇ ਕੰਮ ਕਰਦੇ ਸੀ, ਤੇ ਉਹਦੇ ਵਿੱਚ ਵੀ ਆਮ ਤੌਰ ਤੇ ਖੇਤੀ ਦੇ ਕੰਮ ਆ, ਤੇ ਬਹੁਤੇ ਕਰਕੇ ਕਿਸਾਨ ਜਿਹੜਾ ਆ ਉਹ ਆਪ ਉਹਨਾਂ ਬੰਦਿਆਂ ਦੇ ਨਾਲ ਜੁੜ ਕੇ ਕੰਮ ਕਰਦਾ, ਚਾਹੇ ਉਹ ਸੀਰੀ ਹੋਵੇ ਤੇ ਚਾਹੇ ਉਹ ਮਾਈਗ੍ਰੈਂਟ ਲੇਬਰਸ ਹੋਵੇ। ਤੇ ਹੁਣ ਜਿਹੜੇ ਬਹੁਤੇ ਮਾਈਗ੍ਰੈਂਟ ਲੇਬਰਸ ਆ, ਉਹਨਾਂ ਨੇ ਆਪਣੇ ਕੁਝ ਗਰੁੱਪ ਬਣਾਏ ਹੋਏ ਨੇ ਤੇ ਉਹ ਬਹੁਤ ਸਾਰੇ ਕੰਮਾਂ ਨੂੰ ਠੇਕੇ ਤੇ ਲੈ ਲੈਂਦੇ ਆ, ਕੰਟਰੈਕਟ ਤੇ ਲੈ ਲੈਂਦੇ ਆ। ਚਾਹੇ ਤੁਹਾਡੇ ਖੇਤ ਦੀ ਗੋਡੀ ਆ, ਚਾਹੇ ਪਾਣੀ ਲਾਉਣਾ ਆ, ਚਾਹੇ ਸਪਰੇਅ ਕਰਨੀ ਆ, ਚਾਹੇ ਕਿਸੇ ਫਸਲ ਦੀ ਕਟਾਈ ਕਰਨੀ ਆ, ਚਾਹੇ ਗੰਨੇ ਦੀ ਜਿਹੜੀ ਵਢਾਈ ਕਰਨੀ, ਛਲਾਈ ਕਰਨੀ ਤੇ ਲਦਾਈ ਕਰਨੀ। ਤੇ ਜਦੋਂ ਤੁਸੀਂ ਉਸ ਕੰਮ ਨੂੰ ਠੇਕੇ ਤੇ ਕਰਦੇ ਆ, ਫਿਰ ਤੁਹਾਡੇ ਜਿਹੜੇ ਰੇਟ ਆ ਉਹ ਬਣੇ ਹੋਏ ਆ, ਤੁਸੀਂ ਆਪਣੇ ਅੰਦਾਜ਼ੇ ਦੇ ਨਾਲ ਉਹਨੂੰ ਉਹਨਾਂ ਨੇ ਸਿਸਟਮ 'ਚ ਬਣਾਇਆ ਹੋਇਆ। ਤੇ ਜਦੋਂ ਅਸੀਂ ਪਿਛਲੀ ਵਾਰ ਇੱਥੇ ਇੱਕ ਸ਼ੂਗਰ ਮਿਲ ਦੀ ਮੀਟਿੰਗ ਦੇ ਵਿੱਚ ਬੈਠ ਕੇ ਡਿਸਕਸ ਕੀਤਾ ਸੀ, ਤੇ ਕਿੰਨਾ ਗੰਨਾ ਹਰ ਰੋਜ਼ ਮਿਲ 'ਚ ਆਉਂਦਾ ਤੇ ਕਿੰਨੇ ਕੁ ਲੇਬਰ ਵਾਲੇ ਲੱਗੇ ਹੋਏ ਨੇ, ਤੇ ਉਹਦੇ ਵਿੱਚ ਜਦੋਂ ਅਸੀਂ ਗਿਣਤੀ ਕਰਦੇ ਹਾਂ ਤੇ ਉਹ ਬਹੁਤ ਸੋਹਣੇ ਪੈਸੇ ਕਮਾਉਂਦੇ ਨੇ, ਤੇ ਉਹਦੀ ਜਿਹੜੀ ਟੋਟਲ ਗਿਣਤੀ ਆ ਉਹ ਕਰੋੜਾਂ 'ਚ ਆ। ਤੇ ਜੇ ਹੁਣ ਇਹ ਕਹਿ ਦਈਏ ਕਿ ਮਾਈਗ੍ਰੈਂਟ ਲੇਬਰਸ ਨੂੰ ਕਿਸਾਨ ਨਸ਼ੇ ਦੇ ਕੇ ਕੰਮ ਕਰਵਾਉਂਦੇ ਆ, ਤੇ ਪੰਜਾਬੀ ਕਿਸਾਨ ਜਾਂ ਪੰਜਾਬੀ ਜਿਹੜੀ ਕਲਚਰ ਆ ਉਹ ਕਿਸੇ ਦੇ ਵੀ ਪੈਸੇ ਮਾਰ ਕੇ ਕੰਮ ਕਰਵਾਉਣ ਵਾਲੀ ਨਹੀਂ। ਇੱਕਾ ਦੁੱਕਾ ਘਟਨਾਵਾਂ ਕਿਤੇ ਹੋ ਸਕਦੀਆਂ, ਉਹਦੇ ਪਿੱਛੇ ਕੁਝ ਹੋਰ ਕਾਰਨ ਵੀ ਹੋ ਸਕਦੇ ਨੇ, ਪਰ ਵੱਡੀ ਗਿਣਤੀ ਦੇ ਵਿੱਚ ਉਹਦੇ ਲਈ ਵੀ ਸਰਕਾਰ ਦਾ ਜਿਹੜਾ ਜ਼ਿੰਮੇਵਾਰੀ ਆ ਕਿ ਡੇਟਾਬੇਸ ਤਾਂ ਹੋਵੇ। ਇੱਕ ਸਟੇਟ ਤੋਂ ਦੂਜੀ ਸਟੇਟ ਨੂੰ ਬੰਦਾ ਕਦੋਂ ਗਿਆ, ਕਿੱਥੇ ਗਿਆ। ਜੇ ਇਹ ਕਹਿੰਦੇ ਨੇ, ਉਹਨਾਂ ਨੇ ਕਿਹਾ ਕਿ ਅਨਅਥਰਾਈਜ਼ਡ ਗੈਰ ਸਰਕਾਰੀ ਏਜੰਸੀਆਂ ਜਿਹੜੀਆਂ ਲੇਬਰ ਪ੍ਰੋਵਾਈਡ ਕਰਦੀਆਂ, ਤੇ ਕਿਉਂ ਨਹੀਂ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੇ ਹਰ ਸਟੇਟ ਦਾ ਇੱਕ ਆਪਣਾ ਇਦਾਂ ਦਾ ਸਿਸਟਮ ਹੋਵੇ, ਜਿੱਥੇ ਹਿਊਮਨ ਰਿਸੋਰਸਿੰਗ ਦੀ ਜਿਹੜੀ ਮਿਨਿਸਟਰੀ ਆ ਉਹ ਇਹਨੂੰ ਦੇਖੇ ਕਿ ਇੱਥੋਂ ਬੰਦੇ ਕਿੰਨੇ ਜਾ ਰਹੇ ਨੇ, ਕੀ ਉਹਨਾਂ ਨੂੰ ਮਿਲ ਰਿਹਾ ਹੈ, ਤੇ ਇੱਥੇ ਦੀ ਸਰਕਾਰ ਨੂੰ ਪਤਾ ਹੋਵੇ ਕਿ ਇੱਥੇ ਕਿੰਨੇ ਲੋਕ ਆਏ ਹੋਏ ਨੇ ਕੰਮ ਕਰਨ ਲਈ, ਕਿੱਥੇ ਉਹ ਰਹਿੰਦੇ ਨੇ। ਆਮ ਤੌਰ ਤੇ ਥਾਣੇਦਾਰ ਇਹੋ ਜਿਹੀਆਂ ਜਿਹੜੀਆਂ ਥਾਣੇ ਵਾਲੇ ਆ ਉਹ ਇਹੋ ਜਿਹੀਆਂ ਸੂਚਨਾਵਾਂ ਦੀ ਜਾਣਕਾਰੀ ਕਰਵਾਉਂਦੇ ਨੇ, ਅਨਾਉਂਸਮੈਂਟ ਕਰਵਾਉਂਦੇ ਨੇ ਕਿ ਜਿਹਦੇ ਕੋਲ ਵੀ ਜਿਹਨੇ ਵੀ ਨੌਕਰ ਰੱਖਿਆ ਹੋਇਆ ਉਹਦੀ ਜਾਣਕਾਰੀ ਦੇਵੇ। ਇਹ ਗੱਲ ਦਰੁਸਤ ਆ ਕਿ ਉਹਨਾਂ ਦਾ ਜਿਹੜਾ ਰਹਿਣਾ ਸਹਿਣਾ ਆ ਆਮ ਤੌਰ ਤੇ ਕਿਸਾਨਾਂ ਦੀ ਇਹ ਖੇਤਾਂ ਦੇ ਵਿੱਚ ਜਿਹੜੀਆਂ ਬਣੀਆਂ ਮੋਟਰਾਂ ਆ ਉਹੀ ਆ, ਪਰ ਉਹ ਵੀ ਹੁਣ ਸਾਫ਼ ਸੁਥਰੀਆਂ ਨੇ, ਉੱਥੇ ਬਿਜਲੀ ਦਾ ਪ੍ਰਬੰਧ ਵੀ ਹੈ, ਪਾਣੀ ਦਾ ਪ੍ਰਬੰਧ ਵੀ ਹੈ, ਤੇ ਹੋਰ ਬਹੁਤ ਸਾਰੇ ਪ੍ਰਬੰਧ ਵੀ ਹਨ। ਪਰ ਮਾਈਗ੍ਰੈਂਟ ਲੇਬਰਸ ਨਾਲ ਜੇ ਤੁਸੀਂ ਕਿਤੇ ਕਹੋਗੇ ਅਣਮਨੁੱਖੀ ਵਿਵਹਾਰ ਹੁੰਦਾ, ਤੇ ਇਹ ਤੋਂ ਜ਼ਿਆਦਾ ਭੱਠੇ ਲਈ ਜਿਹੜੇ ਮਜ਼ਦੂਰ ਹੁੰਦੇ ਆ ਉਹਨਾਂ ਦੀਆਂ ਵੀ ਗੱਲਾਂ ਸਾਡੇ ਸਾਹਮਣੇ ਆਈਆਂ। ਢਾਬੇ ਤੇ ਕੰਮ ਕਰਦੇ ਛੋਟੇ ਛੋਟੇ ਬੱਚੇ ਵੀ ਅਸੀਂ ਦੇਖੇ, ਤੇ ਉਹਦੇ ਤੋਂ ਇਲਾਵਾ ਹੋਰ ਬਹੁਤ ਸਾਰੇ ਇਹੋ ਜਿਹੇ ਫੀਲਡ ਨੇ ਜਿੱਥੇ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਕੰਮ ਜਿਹੜਾ ਆ ਉਹ ਵੱਧ ਲਿਆ ਜਾਂਦਾ। ਦੇਖੋ, ਇਹ ਬੜੀ ਇੱਕ ਕਾਮਨ ਫਿਨੋਮੀਨਾ ਆ। ਮਾਲਕ ਨੂੰ ਲੱਗਦਾ ਆ ਕਿ ਵਰਕਰ ਘੱਟ ਕੰਮ ਕਰ ਰਿਹਾ, ਤੇ ਵਰਕਰ ਨੂੰ ਲੱਗਦਾ ਆ ਕਿ ਮਾਲਕ ਜਿਹੜਾ ਆ ਮੇਰੇ ਤੇ ਘੱਟ ਪੇਮੈਂਟ ਦੇ ਰਿਹਾ। ਤੇ ਇਸ ਗੱਲ ਨੂੰ ਸਿਰਫ ਕਿਸਾਨ ਵਿਰੋਧੀ ਕਰਕੇ ਵਰਤ ਲੈਣਾ ਉਹ ਬਹੁਤ ਮਾੜੀ ਗੱਲ ਹੈ ਜੀ। ਤੇ ਹੁਣ ਕਿਸਾਨਾਂ ਲਈ ਮਾੜਾ ਹੈ ਇਹ ਜਿਹੜਾ ਇਲਜ਼ਾਮ ਲੱਗ ਰਿਹਾ ਜੀ। ਤੇ ਹੁਣ ਇੱਕ ਪਾਸੇ ਜਿੱਥੇ ਖੇਤੀ ਕਾਨੂੰਨ ਪਿਛਲੇ ਦਿਨੀ ਪਾਸ ਕਰ ਦਿੱਤੇ, ਭਾਵੇਂ ਰੋਕ ਲੱਗੀ ਹੋਈ ਹੈ, ਤੇ ਹੁਣ ਅਗਲੇ ਸੈਸ਼ਨ 'ਚ ਸਰਕਾਰ ਨੇ ਬਿਜਲੀ ਸੋਧ ਬਿੱਲ ਪਾਸ ਕਰਨ ਦਾ ਫੈਸਲਾ ਕਰ ਲਿਆ। ਦੇਖੋ ਪਰਮਿੰਦਰ ਜੀ, ਬਹੁਤ ਇਸ ਗੱਲ ਨੂੰ ਜੇ ਅਸੀਂ ਥੋੜਾ ਜਿਹਾ ਨੇੜੇ ਹੋ ਕੇ ਦੇਖੀਏ, ਤੇ ਵਰਲਡ ਬੈਂਕ ਨੇ ਇੱਕ ਵਾਰ ਪੰਜਾਬ ਸਰਕਾਰ ਨੂੰ ਕਰਜ਼ਾ ਦੇਣ ਤੋਂ ਨਾ ਕਰਤੀ ਸੀ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਿਹੜੀਆਂ ਬਿਜਲੀ ਫ੍ਰੀ ਦੇਣ ਵਰਗੀਆਂ ਸੁਵਿਧਾਵਾਂ ਚਲਾ ਰਹੇ ਹੋ, ਉਹ ਤੁਹਾਡੇ ਇਕਨੋਮਿਕ ਕੰਡੀਸ਼ਨ ਲਈ, ਤੁਹਾਡੀ ਆਰਥਿਕ ਸਿਹਤ ਲਈ ਬਹੁਤ ਮਾੜੀ ਗੱਲ ਹੈ। ਮੈਂ ਇਸ ਗੱਲ ਨਾਲ ਪਰਸਨਲ ਤੌਰ ਤੇ ਸਹਿਮਤ ਨਹੀਂ ਕਿ ਕੋਈ ਵੀ ਚੀਜ਼ ਕਿਸਾਨਾਂ ਨੂੰ ਫ੍ਰੀ ਦਿੱਤੀ ਜਾਵੇ।
ਬਸ਼ਰਤੇ ਆ ਕਿ ਜਿਹੜੀ ਚੀਜ਼ ਉਹ ਉਗਾਉਂਦੇ ਆ, ਜਿਹੜੀ ਚੀਜ਼ ਉਹ ਬੀਜਦੇ ਆ, ਵੇਚਦੇ ਆ, ਵੱਢਦੇ ਆ, ਉਹਦੇ ਪੈਸੇ ਉਹਨਾਂ ਨੂੰ ਪੂਰੇ ਦਿੱਤੇ ਜਾਣ। ਕਿਸਾਨ ਇਹ ਗੱਲ ਬਹੁਤ ਵਾਰ ਕਹਿ ਚੁੱਕੇ ਆ ਕਿ ਸਾਨੂੰ ਡੀਜ਼ਲ ਤੇ ਸਬਸਿਡੀ ਨਹੀਂ ਚਾਹੀਦੀ, ਸਾਨੂੰ ਖਾਦਾਂ ਤੇ ਸਬਸਿਡੀ ਨਹੀਂ ਚਾਹੀਦੀ, ਸਾਨੂੰ ਦਵਾਈਆਂ ਤੇ ਸਬਸਿਡੀ ਨਹੀਂ ਚਾਹੀਦੀ, ਸਾਨੂੰ ਬਿਜਲੀ ਵੀ ਮੁਫਤ ਨਹੀਂ ਚਾਹੀਦੀ। ਹੋ ਸਕਦਾ ਕੁਝ ਕਹਿੰਦੇ ਹੋਣ, ਪਰ ਜਦੋਂ ਅਸੀਂ ਇਹਨੂੰ ਸਾਰੇ ਤਰੀਕੇ ਨੂੰ ਵਿਸਥਾਰ ਦੇ ਵਿੱਚ ਵਾਚਦੇ ਹਾਂ ਤੇ ਅਸਲੀਅਤ ਗੱਲ ਇਹ ਆ ਵੀ ਕਿਸਾਨਾਂ ਨੂੰ ਕਿਸਾਨਾਂ ਦੀ ਫਸਲ ਦਾ ਜਿਹੜਾ ਮੁੱਲ ਆ ਉਹ ਸਹੀ ਟਾਈਮ ਤੇ ਉਚਿਤ ਮਿਲੇ। ਫਿਰ ਸਰਕਾਰ ਆਪਣੀਆਂ ਜਿਣਸਾਂ ਜਿਸ ਮਰਜ਼ੀ ਭਾਅ ਨਾਲ ਵੇਚੇ, ਚਾਹੇ ਉਹ ਬਿਜਲੀ ਹੋਵੇ ਤੇ ਚਾਹੇ ਉਹ ਕੁਝ ਹੋਰ ਹੋਵੇ। ਜਦੋਂ ਅਸੀਂ ਰਿਪੇਰੀਅਨ ਲਾ ਨੂੰ ਬਾਚਦੇ ਹਾਂ ਪੰਜਾਬ ਦੇ ਵਿੱਚ, ਜਦੋਂ ਅਸੀਂ ਪਾਣੀ ਦੀ ਵੰਡ ਦੀ ਗੱਲ ਕਰਦੇ ਹਾਂ ਤੇ ਪੰਜਾਬ ਦਾ ਪਾਣੀ ਪੰਜਾਬ ਨੂੰ ਕਿੰਨਾ ਮਿਲ ਰਿਹਾ ਤੇ ਕਿੰਨਾ ਨਹੀਂ ਮਿਲ ਰਿਹਾ, ਇਹਦੇ ਲਈ ਲੰਬੀ ਬਹਿਸ ਜਿਹੜੀ ਆ ਉਹਦਾ ਮੁੱਦਾ ਹੈ। ਤੇ ਜੇ ਹੁਣ ਇਹ ਬਿਜਲੀ ਸੋਧ ਬਿੱਲ ਦੀ ਗੱਲ ਕਰਦੇ ਆ ਕਿ ਇਹਨਾਂ ਨੂੰ ਬਿਜਲੀ ਦੇ ਉੱਤੇ ਦਿੱਤੀ ਜਾਣ ਵਾਲੀ ਸਬਸਿਡੀ ਜਿਹੜੀ ਉਹ ਰੜਕਦੀ ਆ, ਤੇ ਇਹਨਾਂ ਨੇ ਹੁਣ ਤੱਕ ਬਿਜਲੀ ਦੀ ਦਸ਼ਾ ਨੂੰ ਸੁਧਾਰਨ ਲਈ ਕੇਂਦਰ ਸਰਕਾਰ ਨੇ ਕੀ ਕੀਤਾ? 19% ਤੋਂ ਜ਼ਿਆਦਾ ਜਿਹੜਾ ਟ੍ਰਾਂਜ਼ਿਟ ਲੌਸਟ ਆ ਤੇ 21% ਤੋਂ ਜ਼ਿਆਦਾ ਜਿਹੜੀ ਬਿਜਲੀ ਉਹਦੀ ਚੋਰੀ ਹੁੰਦੀ ਹੈ। ਇਕੱਲੇ ਕਿਸਾਨਾਂ ਦੀ ਸਬਸਿਡੀ ਨਹੀਂ ਹੈਗੀ, ਜਿਹੜੇ ਮਾਈਨੋਰਟੀਜ਼ ਆ ਜਾਂ ਜਿਹੜੇ ਦਲਿਤ ਫੈਮਲੀਜ਼ ਆ ਜਾਂ ਜਿਹੜੇ ਛੋਟੇ ਲੋਕ ਆ, ਉਹਨਾਂ ਲਈ ਬਿਜਲੀ ਤੇ ਦਿੱਤੀ ਜਾਣ ਵਾਲੀ ਸਬਸਿਡੀ ਆ, ਉਹਦਾ ਵੀ ਕੀ ਹਾਲ ਹੈ? ਨਵੀਂ ਭਰਤੀ ਜਿਹੜੀ ਆ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮਾਂ ਦਾ ਕੀ ਹਾਲ ਹੈ? ਜਿਹੜੇ ਵੱਡੇ ਕਾਰਪੋਰੇਟ ਅਦਾਰਿਆਂ ਨੂੰ ਜਿਹੜੀ ਬਿਜਲੀ ਵੇਚੀ ਜਾਂਦੀ ਆ, ਉਹਦੇ ਰੇਟਸ ਦੇ ਵਿੱਚ ਜਦੋਂ ਅਸੀਂ ਘਰਾਂ ਵਾਲੀ ਬਿਜਲੀ ਦੇ ਨਾਲ ਰੇਟ ਦੇਖਦੇ ਹਾਂ ਤੇ ਉਹਦਾ ਕੀ ਹਾਲ ਹੈ? ਪੂਰੇ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਆ ਪੂਰੇ ਹਿੰਦੁਸਤਾਨ ਨਾਲੋਂ ਸਭ ਤੋਂ ਮਹਿੰਗੀ ਆ, ਉਹਦਾ ਕੀ ਹਾਲ ਹੈ? ਸਰਕਾਰੀ ਦਫ਼ਤਰਾਂ ਨੂੰ, ਚਾਹੇ ਉਹ ਪੰਜਾਬ ਪੁਲਿਸ ਦੇ ਦਫ਼ਤਰ ਨੇ, ਚਾਹੇ ਉਹ ਹੋਰ ਵੱਖ-ਵੱਖ ਅਦਾਰਿਆਂ ਦੇ ਦਫ਼ਤਰ ਨੇ, ਉਹਨਾਂ ਨੂੰ ਜਿਹੜੀ ਬਿਜਲੀ ਦਿੱਤੀ ਜਾ ਰਹੀ ਆ, ਉੱਥੋਂ ਜਿਹੜੇ ਬਿੱਲ ਆ ਉਹਦੀ ਕਲੈਕਸ਼ਨ ਦੀ ਕੀ ਸਥਿਤੀ ਆ? ਤੇ ਜਿਸ ਕੇਂਦਰ ਸਰਕਾਰ ਕੋਈ ਨਵਾਂ ਬਿੱਲ ਲਿਆ ਕੇ ਕਿਸਾਨਾਂ ਨੂੰ ਹੋਰ ਤੰਗ ਕਰਨਾ ਚਾਹੁੰਦੀ ਆ ਤੇ ਉਹਦੀ ਜਿਹੜੀ ਮਨਸ਼ਾ ਆ ਉਹ ਭਾਵੇਂ ਉਹੀ ਦਿਖਾਉਂਦੇ ਨੇ ਕਿ ਅਸੀਂ ਬਿਜਲੀ ਦੇ ਵਿੱਚ ਜਾਂ ਸੋਧ ਕਰਨਾ ਚਾਹੁੰਦੇ ਆ ਜਾਂ ਉਹਨੂੰ ਸਾਰਾ ਸਿਸਟਮ ਜਿਹੜਾ ਉਹਨੂੰ ਠੀਕ ਕਰਨਾ ਚਾਹੁੰਦੇ ਆ, ਕਿਉਂਕਿ ਲੰਬੇ ਸਮੇਂ ਤੋਂ ਖਰਾਬ ਚੱਲਿਆ ਆਉਂਦਾ। ਅਗੇਨ ਫਿਰ ਉਹੀ ਦੋ ਗੱਲਾਂ ਨੇ ਕਿ ਕੀ ਜਿਹੜੀ ਤੁਹਾਡੀ ਮਨਸ਼ਾ ਆ ਉਹ ਦਰੁਸਤ ਆ, ਤੇ ਦੂਸਰੀ ਗੱਲ ਕੀ ਤੁਸੀਂ ਇਹਨੂੰ ਠੀਕ ਕਰਨ ਲਈ ਵਾਕਿਆ ਹੀ ਠੀਕ ਕਰਨਾ ਚਾਹੁੰਦੇ ਆ ਜਾਂ ਸਿਰਫ ਇਹ ਵੀ ਇੱਕ ਗਲਤ ਸਮੇਂ ਦੇ ਉੱਤੇ ਕੀਤੀ ਜਾਣ ਵਾਲੀ ਇੱਕ ਸੱਟ ਹੀ ਹੈ? ਚਲੋ ਇਹ ਤਾਂ ਜਵਾਬ ਆਉਣ ਵਾਲੇ ਸਮੇਂ 'ਚ ਮਿਲ ਜਾਏਗਾ, ਪਰ ਇਸ ਵੇਲੇ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਕੁਝ ਨਵਾਂ ਕਿਹਾ ਹੈ। ਉਹਨਾਂ ਨੇ ਕੀ ਆਖੀ ਗੱਲ? ਉਹ ਥੋੜਾ ਜਿਹਾ ਹੋਰ ਤਰ੍ਹਾਂ ਦਾ ਮਸਲਾ ਆ। ਉੱਥੇ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤੇ ਦੋ ਪੰਜਾਬ ਦੇ ਵਿੱਚੋਂ ਚਿਹਰੇ ਬਹੁਤ ਉੱਭਰ ਕੇ ਸਾਹਮਣੇ ਆਏ ਸੀ, ਯੂਥ ਲਈ ਖਾਸ ਤੌਰ ਤੇ। ਬਹੁਤ ਸਾਰੇ ਗਾਇਕਾਂ ਨੇ ਤੇ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਨੇ ਸਪੋਰਟ ਕੀਤਾ ਸੀ ਕਿਸਾਨ ਅੰਦੋਲਨ ਨੂੰ, ਹਾਲੇ ਵੀ ਕਰ ਰਹੀਆਂ ਨੇ ਤੇ ਇਹ ਚੱਲਦਾ ਰਹੇਗਾ ਮਸਲਾ ਜਦ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ। ਕੇਂਦਰ ਸਰਕਾਰ ਵੱਲੋਂ ਕੋਈ ਹਲਚਲ ਨਹੀਂ ਹੁੰਦੀ ਨਜ਼ਰ ਆਉਂਦੀ, ਪਰ ਆਪਸ ਦੇ ਵਿੱਚ ਸਾਡੀ ਜਿਹੜੀ ਹਲਚਲ ਆ ਉਹ ਕਿਤੇ ਨਾ ਕਿਤੇ ਨਜ਼ਰ ਆਉਂਦੀ ਰਹਿੰਦੀ ਆ। 26 ਜਨਵਰੀ ਦੀ ਘਟਨਾ ਹਾਲੇ ਬਹੁਤ ਸਾਰੇ ਲੋਕਾਂ ਨੂੰ ਯਾਦ ਆ, ਭੁੱਲੀ ਨਹੀਂ, ਹਾਲਾਂਕਿ ਸਾਡੀ ਯਾਦਾਸ਼ਤ ਖਰਾਬ ਆ, ਕਈ ਵਾਰ ਅਸੀਂ ਭੁੱਲ ਜਾਂਦੇ ਆ। ਉੱਥੋਂ ਇੱਕ ਚਿਹਰਾ ਸਾਡੇ ਸਾਹਮਣੇ ਦੂਜੇ ਪਾਸੇ ਖੜਾਉਂਦਾ ਨਜ਼ਰ ਆਉਂਦਾ ਸੀ ਕਿਤੇ ਨਾ ਕਿਤੇ, ਦੀਪ ਸਿੱਧੂ। ਤੇ ਇੱਕ ਹੋਰ ਉਹਦੇ ਨਾਲ ਹੀ ਹਰ ਵੇਲੇ ਨਜ਼ਰ ਆਉਣ ਵਾਲੀ ਸ਼ਖਸੀਅਤ ਸੀ ਲੱਖਾ ਸਿਧਾਣਾ। ਉਹਦੀ ਬੈਕਗਰਾਊਂਡ ਵੱਲ ਅਸੀਂ ਨਾ ਜਾਈਏ ਕਿ ਉਹਨਾਂ ਦਾ ਜਿਹੜਾ ਸਮਾਂ ਆ ਕਿਸੇ ਜ਼ਮਾਨੇ ਦੇ ਵਿੱਚ ਉਹ ਗੁੰਡਾ ਰਾਜ ਵਾਲਾ ਰਿਹਾ, ਗੈਂਗਸਟਰ ਵਾਲੀ ਉਹਨਾਂ ਦੀ ਜਿਹੜੀ ਰਹੀ ਆ ਉਹ ਲੱਖੇ ਸਿਧਾਣੇ ਦੀ ਜਿਹੜੀ ਛਵੀ ਆ। ਤੇ ਦੀਪ ਸਿੱਧੂ ਜਿਹੜਾ ਉਹ ਪੜ੍ਹਿਆ ਲਿਖਿਆ ਐਡਵੋਕੇਟ ਤੇ ਫਿਲਮ ਜਗਤ ਨਾਲ ਜੁੜਿਆ ਹੋਇਆ ਬੰਦਾ ਰਿਹਾ, ਬੀਜੇਪੀ ਦੇ ਵੀ ਕਾਫੀ ਨੇੜੇ ਰਿਹਾ। ਕੱਲ ਜਾਂ ਬੀਤੇ ਦਿਨੀ ਇੱਕ ਮੀਟਿੰਗ ਦੇ ਵਿੱਚ ਕਿਸਾਨ ਅੰਦੋਲਨ ਦੇ ਸਾਰੇ ਲੀਡਰਾਂ ਨੇ ਫੈਸਲਾ ਕੀਤਾ ਸੀਗਾ ਕਿ ਲੱਖਾ ਸਿਧਾਣਾ ਜਿਹੜਾ ਆ ਉਹ ਸਾਡੇ ਨਾਲ ਰਲ ਕੇ ਕੰਮ ਕਰੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਉਹਦੇ ਪਿੱਛੇ ਇਹ ਵੀ ਤਰਕ ਦਿੱਤੇ ਜਾ ਰਹੇ ਸੀਗੇ ਕਿ ਜਿਹੜੀ ਉੱਥੇ ਯੂਥ ਦੀ ਗਿਣਤੀ ਆ ਉਹ ਘਟ ਰਹੀ ਆ। ਮੈਨੂੰ ਨਹੀਂ ਲੱਗਦਾ ਸੀਗਾ ਕਿ ਲੱਖਾ ਸਿਧਾਣਾ ਜਿਹੜਾ ਆ ਉਹ ਇੰਨੀ ਵੱਡੀ ਗਿਣਤੀ ਦੇ ਵਿੱਚ ਯੂਥ ਨੂੰ ਜੋੜੇਗਾ ਜਾਂ ਨਹੀਂ ਜੋੜੇਗਾ, ਉਹ ਇੱਕ ਵੱਖਰਾ ਵਿਸ਼ਾ ਆ। ਪਰ ਮਸਲਾ ਸਿਰਫ ਇਹ ਸੀਗਾ ਕਿ ਲੋਕ ਜੇ ਰਲ ਕੇ ਲੜਨ ਤੇ ਚੰਗੀ ਗੱਲ ਹੈ। ਜੇ ਅਸੀਂ ਸਾਰੇ ਪੰਜਾਬੀ ਆ, ਕਿਤੇ ਨਾ ਕਿਤੇ ਸਾਡੀਆਂ ਆਪਸ ਦੇ ਵਿੱਚ ਕੁਝ ਭਿੰਨਤਾਵਾਂ ਹੋ ਸਕਦੀਆਂ, ਕੋਈ ਥਾਟ ਸਾਡਾ ਕਿਸੇ ਨਾਲ ਟਕਰਾਉਂਦਾ ਹੋ ਸਕਦਾ, ਪਰ ਇਸ ਲੜਾਈ ਦੇ ਵਿੱਚ ਜੇ ਸਾਰੇ ਰਲ ਕੇ ਲੜਾਂਗੇ ਤੇ ਸਿਰਫ ਉਸ ਗੱਲ ਨੂੰ ਦੇਖਦੇ ਹੋਏ ਲੱਖੇ ਸਿਧਾਣੇ ਨੂੰ ਉਸ ਗੱਲ 'ਚ ਸ਼ਾਮਲ ਕੀਤਾ ਗਿਆ, ਚੰਗੀ ਗੱਲ ਹੈ। ਗੁਰਨਾਮ ਸਿੰਘ ਚੜੂਨੀ ਹਰਿਆਣੇ ਤੋਂ ਵੱਡੇ ਲੀਡਰ ਨੇ। ਅਸੀਂ ਬੀਤੇ ਦੇ ਵਿੱਚ ਇਹ ਗੱਲ ਬਿਲਕੁਲ ਦਰੁਸਤ ਤਰੀਕੇ ਨਾਲ ਕਹਿ ਚੁੱਕੇ ਹਾਂ ਕਿ ਅੰਦੋਲਨ ਜਿਹੜਾ ਹੈ ਉਹ ਬਣਿਆ ਇੱਥੇ ਸੀ, ਹਰਿਆਣੇ ਤੋਂ ਹੁੰਦਾ ਹੋਇਆ ਉੱਥੇ ਪਹੁੰਚਿਆ, ਤੇ ਉਸ ਵੇਲੇ ਜਦੋਂ ਉਹਦਾ ਚੜੂਨੀ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਪੰਜਾਬ ਤੋਂ ਬਾਅਦ ਫਿਰ ਹਰਿਆਣਾ ਹੀ ਉਹਦੇ ਨਾਲ ਚੰਗੀ ਤਰੀਕੇ ਨਾਲ ਜੁੜ ਕੇ ਤੇ ਉਸ ਅੰਦੋਲਨ ਨੂੰ ਦੁੱਗਣਾ ਤਿੱਗਣਾ ਕੀਤਾ। ਉਸ ਤੋਂ ਬਾਅਦ ਇੱਕ ਸਮਾਂ ਆਇਆ ਜਦੋਂ ਅੰਦੋਲਨ ਡੋਲਦਾ ਨਜ਼ਰ ਆਉਂਦਾ ਸੀ, ਫਿਰ ਕੇਸ਼ ਟਕੈਤ ਉਹਦੇ ਵਿੱਚ ਸਾਹਮਣੇ ਆਏ। ਤੇ ਚੜੂਨੀ ਸਾਹਿਬ ਦਾ ਜਿਹੜਾ ਬਿਆਨ ਆ ਉਹ ਇਹ ਆ ਕਿ ਲੱਖਾ ਸਿਧਾਣਾ ਸਾਡੇ ਨਾਲ ਸ਼ਾਮਲ ਆ, ਸਾਨੂੰ ਕੋਈ ਇਤਰਾਜ਼ ਨਹੀਂ ਆ, ਉਹ ਚੰਗਾ ਆ, ਤੇ ਉਹਨਾਂ ਨੇ ਉਸ ਫੈਸਲੇ ਦੀ ਸਮਰਥਨ ਕਰਦੇ ਹੋਏ ਇੱਕ ਪੱਤਰਕਾਰ ਦੇ ਬਿਆਨ ਤੇ ਇਹ ਗੱਲ ਕਹੀ ਆ ਕਿ ਦੀਪ ਸਿੱਧੂ ਨੂੰ ਅਸੀਂ ਆਪਣੇ ਨਾਲ ਨਹੀਂ ਰਲਾਵਾਂਗੇ। ਤੇ ਮੈਨੂੰ ਇੱਦਾਂ ਲੱਗਦਾ ਕਿ ਇਹ ਉਹਨਾਂ ਦਾ ਪਰਸਨਲ ਵਿਚਾਰ ਵੀ ਹੋ ਸਕਦਾ ਤੇ ਸਾਰੇ ਮੋਰਚੇ ਦਾ ਵੀ ਹੋ ਸਕਦਾ। ਤੇ ਬੀਤੇ ਦੇ ਵਿੱਚ ਜੇ ਇੱਕ ਦੋ ਗਲਤੀਆਂ ਉਹਨਾਂ ਨੇ ਕੀਤੀਆਂ ਆ ਤੇ ਉਹਦੇ ਲਈ ਉਹ ਬੜੇ ਲੰਬੇ ਸਮੇਂ ਤੋਂ ਜੇਲ੍ਹ 'ਚ ਨੇ। ਜੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰੀਏ, ਜੇ ਸਾਰੇ ਬੰਦੇ ਮਿਲ ਕੇ ਚੱਲਣ ਤੇ ਜ਼ਿਆਦਾ ਚੰਗੀ ਗੱਲ ਹੈ। ਜੇ ਦੀਪ ਸਿੱਧੂ ਦਾ ਕਿਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਉਹ ਆਫ ਦੀ ਟਰੈਕ ਵੀ ਆ, ਤੇ ਬੈਠ ਕੇ ਇੱਕ ਦੋ ਵਾਰ ਗੱਲਬਾਤ ਹੋ ਜਾਣੀ ਚਾਹੀਦੀ ਹੈ,
ਕਿਉਂਕਿ ਵਜ੍ਹਾ ਉਹੀ ਪਹਿਲਾਂ ਵਾਲੀ ਆ ਕਿ ਅਸੀਂ ਆਪਸ ਦੇ ਵਿੱਚ ਇੱਥੇ 20 ਗਲਤੀਆਂ ਕੀਤੀਆਂ ਹੋ ਸਕਦੀਆਂ। ਮੇਰੇ ਵਿਚਾਰ ਕੁਝ ਹੋਰ ਹੋਣਗੇ, ਦੂਸਰੀ ਧਿਰ ਦੇ ਵਿਚਾਰ ਕੁਝ ਹੋਰ ਹੋਣਗੇ। 32 ਜਥੇਬੰਦੀਆਂ ਵੀ ਤੇ ਮਿਲ ਕੇ ਲੜ ਰਹੀਆਂ ਨੇ। ਤੇ ਜੇ ਅਸੀਂ ਸਾਰੇ ਹੀ ਮਿਲ ਕੇ ਇਸ ਗੱਲ ਲਈ ਜ਼ੋਰ ਅਜਮਾਇਸ਼ ਕਰੀਏ ਕਿ ਕੇਂਦਰ ਸਰਕਾਰ ਤੋਂ ਸਾਡਾ ਮਸਲਾ ਹੱਲ ਹੋ ਜਾਏ, ਹੋ ਸਕਦਾ ਹੈ ਦੀਪ ਸਿੱਧੂ ਦੀ ਬੀਜੇਪੀ ਨਾਲ ਵਧੀਆ ਬਣਦੀ ਹੋਵੇ। ਪੰਜਾਬ ਦੇ ਜਿੰਨੇ ਲੋਕ ਉੱਥੇ ਬੈਠੇ ਨੇ ਉਹ ਕਦੇ ਨਾ ਕਦੇ ਬੀਜੇਪੀ ਨਾਲ ਜੁੜੇ ਰਹੇ ਹੋਣਗੇ। ਮੈਂ ਇਹ ਗੱਲ ਪਹਿਲਾਂ ਵੀ ਕਹਿਣਾ ਕਿ ਨਰਿੰਦਰ ਮੋਦੀ ਜੀ ਨੂੰ ਵੋਟਾਂ ਚੰਦ ਤੋਂ ਨਹੀਂ ਪਾਈਆਂ, ਇਹਨਾਂ ਲੋਕਾਂ ਨੇ ਪਾਈਆਂ। ਜੇ ਪੰਜਾਬ ਦੇ ਵਿੱਚ ਵੀ ਉਹਨਾਂ ਦੇ 2 MP ਜਿੱਤੇ ਆ ਤੇ ਉਹ ਸਾਡੀਆਂ ਵੋਟਾਂ ਹੀ ਨੇ, ਪੰਜਾਬ ਦੀਆਂ ਲੋਕਾਂ ਦੀਆਂ ਵੋਟਾਂ ਨੇ। ਤੇ ਇਦਾਂ ਕਹਿ ਦੇਣਾ, ਹਾਲੇ ਮੈਨੂੰ ਇਹ ਵੀ ਨਹੀਂ ਪਤਾ ਕਿ ਦੀਪ ਸਿੱਧੂ ਨੇ ਕੋਈ ਇਹਨਾਂ ਨਾਲ ਕੋਈ ਗੱਲਬਾਤ ਕੀਤੀ ਆ ਜਾਂ ਉਹਦੇ ਨੁਮਾਇੰਦਿਆਂ ਨੇ ਇਹਨਾਂ ਨਾਲ ਜੁੜਨ ਦੀ ਗੱਲ ਕੀਤੀ ਆ। ਉਹਨਾਂ ਨੇ ਇੱਕ ਐਵੇਂ ਬਿਆਨ ਦੇ ਦਿੱਤਾ ਤੇ ਬਹੁਤ ਸਾਰੇ ਜਿਹੜੀਆਂ ਗੱਲਾਂ ਆ ਉਹ ਅਸੀਂ ਕਈ ਵਾਰ ਉਹਨੂੰ ਸਾਡਾ ਜਿਹੜਾ ਮੀਡੀਆ ਹੈ, ਚਾਹੇ ਉਹ ਸੋਸ਼ਲ ਮੀਡੀਆ ਚਾਹੇ ਅਖਬਾਰੀ ਮੀਡੀਆ ਆ, ਉਹਨੂੰ ਤੂਲ ਜ਼ਿਆਦਾ ਮਿਲਦਾ, ਮਤਲਬ ਸਨਸਨੀ ਜੀ ਬਣਾ ਦਿੰਦੇ, ਫਿਰ ਸਵਾਲ ਜਵਾਬ ਲੱਭੇ ਨਾ ਲੱਭੇ ਭਾਵੇਂ। ਬਸ ਬਿਲਕੁਲ ਇਹੋ ਜੀ ਗੱਲ। ਤੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕੁਝ ਇਹੋ ਜਿਹਾ ਹੋਵੇ, ਜੇ ਲੱਖਾ ਸਿਧਾਣਾ ਜੁੜ ਗਿਆ ਤੇ ਦੀਪ ਸਿੱਧੂ ਵੀ ਜੁੜ ਜਾਏ। ਤੇ ਜੇ ਉਹਦਾ ਕੋਈ ਹੋਰ ਇਹਨਾਂ ਨੂੰ ਗੱਲ ਸਾਹਮਣੇ ਆਉਂਦੀ ਆ ਜਾਂਚ ਦੇ ਵਿੱਚ ਕਿ ਉਹ ਨਹੀਂ ਠੀਕ ਆ ਤੇ ਉਹ ਨਾ ਵੀ ਜੁੜੇ, ਇਦਾਂ ਵੀ ਹੋ ਸਕਦਾ। ਪਰ ਅੰਦੋਲਨ ਜਿਹੜਾ ਆ ਉਹ ਹਲੇ ਬਿਲਕੁਲ ਤਾਕਤਵਰ ਤੇ ਤੰਦਰੁਸਤ ਹੈ। ਤੇ ਅੰਮ੍ਰਿਤਪਾਲ ਜੀ, ਇਸੇ ਮੁੱਦੇ ਦੇ ਨਾਲ ਫਿਰ ਤੋਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ, ਪਰ ਇਸ ਵੇਲੇ ਪ੍ਰੋਗਰਾਮ 'ਚ ਲੈਂਦੇ ਹਾਂ ਬ੍ਰੇਕ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਅੰਮ੍ਰਿਤ ਜੀ, ਹੁਣ ਗੱਲ ਕਰਦੇ ਹਾਂ ਕਿਸਾਨ ਆਗੂ ਰਾਕੇਸ਼ ਟਕੈਤ ਦੀ, ਜਿਨ੍ਹਾਂ ਦੇ ਕਾਫਲੇ ਤੇ ਕੱਲ ਹਮਲਾ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਬਿਆਨ ਵਿੱਚ ਕੀ ਕੁਝ ਖੁਲਾਸੇ ਕੀਤੇ ਨੇ? ਦੇਖੋ, ਜਦੋਂ ਅਸੀਂ ਆਮ ਤੌਰ ਤੇ ਬੈਠ ਕੇ ਕਿਸੇ ਵੀ ਗੱਲ ਤੇ ਕਿਸੇ ਵੀ ਮੁੱਦੇ ਤੇ ਗੱਲ ਕਰਦੇ ਹਾਂ ਤੇ ਅਸੀਂ ਇਹ ਗੱਲ ਕਰਦੇ ਹਾਂ ਕਿ ਸੱਭਿਅਕ ਸਮਾਜ ਦੇ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਜੀ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤੇ ਅਸੀਂ ਉਹ ਗੱਲ ਕਾਗਜ਼ੀ ਤੌਰ ਤੇ ਕਰਦੇ ਹਾਂ, ਜਾਂ ਇੱਕ ਆਈਡਲ ਸਮਾਜ ਦੀ ਅਸੀਂ ਗੱਲ ਕਰਦੇ ਹਾਂ, ਆਦਰਸ਼ ਸਮਾਜ ਦੀ, ਆਦਰਸ਼ ਦੇਸ਼ ਦੀ, ਰਾਜ ਦੀ, ਪਿੰਡਾਂ ਦੀ ਗੱਲ ਕਰਦੇ ਹਾਂ ਕਿ ਜਿੱਥੇ ਬੰਦੇ ਰਹਿ ਰਹੇ ਆ ਉੱਥੇ ਲੜਾਈ ਕਿਵੇਂ ਹੋ ਸਕਦੀ ਆ, ਬੰਦਾ ਬੰਦੇ ਨੂੰ ਕਿੱਦਾਂ ਮਾਰ ਸਕਦਾ। ਸਾਡੇ ਸਦੀ ਦੇ ਬਹੁਤ ਵੱਡੇ ਫਿਲਮੀ ਐਕਟਰ ਨੇ ਅਮਿਤਾਭ ਬੱਚਨ, ਉਹ ਇੱਕ ਕਿਸੇ ਮੁਹਿੰਮ ਨੂੰ ਲੈ ਕੇ ਐਡਵਰਟਾਈਜ਼ਮੈਂਟ ਇੱਕ ਮਸ਼ਹੂਰੀ ਦਿੰਦੇ ਹੁੰਦੇ ਸੀ, ਇੱਕ ਵਿਗਿਆਪਨ ਦਿੰਦੇ ਸੀ ਕਿ ਇੱਕ ਇਨਸਾਨ ਆਖਰ ਇੱਕ ਇਨਸਾਨ ਕੇ ਸਾਥ ਐਸਾ ਕੈਸੇ ਕਰ ਸਕਦਾ ਹੈ। ਪਰ ਜਦੋਂ ਅਸੀਂ ਗਰਾਊਂਡ ਤੇ ਦੇਖਦੇ ਹਾਂ ਤੇ ਜਿਹੜਾ ਗੁੱਸਾ ਆ ਉਹ ਬੰਦੇ ਦੇ ਮਨ 'ਚ ਇੰਨਾ ਭਾਰੀ ਆ, ਅਸਹਿਣਸ਼ੀਲਤਾ ਜਿਹੜੀ ਆ ਉਹ ਇੰਨੀ ਜ਼ਿਆਦਾ ਆ ਕਿ ਅਸੀਂ ਅਕਸਰ ਵਿਚਾਰਧਾਰਾ ਦੀ ਬਹਿਸ ਤੋਂ ਝੱਟ ਅਸੀਂ ਸਰੀਰਕ ਲੜਾਈ ਤੱਕ ਪਹੁੰਚ ਜਾਂਦੇ ਹਾਂ, ਜਿਹੜੀ ਕਿ ਬਿਲਕੁਲ ਨਹੀਂ ਹੋਣੀ ਚਾਹੀਦੀ। ਜਦੋਂ ਅਸੀਂ ਅਹਿੰਸਾ ਦੀ ਗੱਲ ਕਰਦੇ ਹਾਂ ਤੇ ਮਹਾਤਮਾ ਗਾਂਧੀ ਸਾਡੇ ਸਭ ਦੇ ਸਾਹਮਣੇ ਬਹੁਤ ਛੇਤੀ ਉੱਭਰ ਕੇ ਆਉਂਦੇ ਨੇ। ਜਵਾਨੀ ਦੇ ਵਿੱਚ ਜਾਂ ਯੂਥ ਦੇ ਵਿੱਚ ਬਹੁਤ ਸਾਰੇ ਲੋਕ ਉਹਨਾਂ ਦੀਆਂ ਬਹੁਤ ਕਮੀਆਂ ਕੱਢਦੇ ਨੇ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਕਿ ਉਹ ਜਿਹੜੀ ਆ ਉਹ ਕਮਜ਼ੋਰ ਸੀ, ਉਹ ਨਾਕਾਮ ਸੀ ਤੇ ਉਹ ਇੱਦਾਂ ਦੀਆਂ ਗੱਲਾਂ ਕਰਦੇ ਸੀ, ਉੱਦਾਂ ਦੀਆਂ ਗੱਲਾਂ ਕਰਦੇ ਸੀ। ਪਰ ਜਦੋਂ ਅਸੀਂ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਪੜ੍ਹਦੇ ਹਾਂ, ਉਹਨਾਂ ਦਾ ਤਜਰਬਾ ਕਰਦੇ ਹਾਂ ਲਾਈਫ ਦੇ ਵਿੱਚ, ਤੇ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਬਿਲਕੁਲ ਜਿਹੜੀ ਅਹਿੰਸਾ ਆ ਉਹ ਸਭ ਤੋਂ ਚੰਗੀ ਪੱਧਤੀ ਆ। ਜੀ, ਲੜਾਈ ਜਿਹੜੀ ਆ, ਮੈਂ ਇਹ ਗੱਲ ਅਕਸਰ ਕਹਿਣਾ ਕਿ ਲੜਾਈ ਜਿਹੜੀ ਆ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ, ਆਪਣੇ ਆਪ ਦੇ ਵਿੱਚ ਇੱਕ ਨਵਾਂ ਮਸਲਾ। ਤੇ ਹੁਣ ਚਾਹੇ ਉਹ ਜਿਹੜੀ ਆ ਕੁੱਟਮਾਰ ਬੀਜੇਪੀ ਦੇ MLA ਦੀ ਹੋਈ ਹੋਵੇ, ਤੇ ਚਾਹੇ ਉਹ ਹਮਲਾ ਬੀਜੇਪੀ ਦੇ ਪੰਜਾਬ ਪ੍ਰਧਾਨ ਦੀ ਕਾਰ ਤੇ ਹੋਇਆ ਹੋਵੇ, ਤੇ ਚਾਹੇ ਹੁਣ ਉਹੀ ਹਮਲਾ ਜਿਹੜਾ ਆ ਉਹ ਰਾਕੇਸ਼ ਟਕੈਤ ਦੀ ਕਾਰ ਤੇ ਹੋਇਆ ਹੋਵੇ, ਆਪਾਂ ਉਹਦੀ ਹਮੇਸ਼ਾ ਨਿੰਦਾ ਕਰਦੇ ਹਾਂ। ਅਸੀਂ ਇੱਕ ਆਈਡਲ ਸਮਾਜ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਅਸੀਂ ਇਹੋ ਜਿਹੀ ਸੁਸਾਇਟੀ, ਇਹੋ ਜਿਹਾ ਆਲਾ ਦੁਆਲਾ ਸਿਰਜਣਾ ਚਾਹੁੰਦੇ ਹਾਂ ਜਿੱਥੇ ਸਾਰਾ ਕੁਛ ਚੰਗੇ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਹੋਵੇ। ਜੇ ਮੈਂ ਤੁਹਾਡੀ ਕਿਸੇ ਗੱਲ ਤੋਂ ਸਹਿਮਤ ਨਹੀਂ ਤੇ ਅਸੀਂ ਬੈਠ ਕੇ ਗੱਲ ਕਰ ਸਕਦੇ ਹਾਂ, ਅਸੀਂ ਉਹਦਾ ਕੋਈ ਵਿਚਲਾ ਹੱਲ ਕੱਢ ਸਕਦੇ ਹਾਂ। ਨਹੀਂ ਤੇ ਤੁਸੀਂ ਆਪਣੇ ਵਿਚਾਰ ਮੈਨੂੰ ਦੱਸੋ ਕਿ ਮੈਂ ਹੋ ਸਕਦਾ ਮੈਂ ਉਹਦੇ ਨਾਲ ਸਹਿਮਤ ਹੋ ਜਾ। ਜ਼ਰੂਰੀ ਨਹੀਂ ਹੈਗਾ ਕਿ ਦੋਨੋਂ ਹੀ ਗੱਲਾਂ ਗਲਤ ਹੋਣ, ਇਹ ਵੀ ਜ਼ਰੂਰੀ ਨਹੀਂ ਹੈ ਕਿ ਦੋਨੋਂ ਹੀ ਗੱਲਾਂ ਸਹੀ ਹੋਣ। ਬਲੈਕ ਤੇ ਵਾਈਟ ਦੋ ਹੀ ਸ਼ੇਡ ਨਹੀਂ ਹੁੰਦੇ, ਗ੍ਰੇ ਸ਼ੇਡ ਵੀ ਹੁੰਦਾ। ਹੋ ਸਕਦਾ ਹੈ ਕਿਸਾਨਾਂ ਵਾਲੀ ਗੱਲ ਦੇ ਵਿੱਚ ਵੀ ਥੋੜੀ ਬਹੁਤ ਜਿਹੜੀ ਆ ਉਹ ਕਮੀ ਹੋਵੇ, ਕੇਂਦਰ ਵਾਲੀ ਗੱਲ ਦੇ ਵਿੱਚ ਤੇ ਕਮੀਆਂ ਸਾਨੂੰ ਨਜ਼ਰ ਆਉਂਦੀਆਂ, ਉਹਨਾਂ ਦਾ ਪਾਸਾ ਦੇਖਿਆ ਕੋਈ ਗੱਲਾਂ ਹੋਰ ਵੀ ਸਾਹਮਣੇ ਆ ਸਕਦੀਆਂ। ਪਰ ਤੁਰੇ ਜਾਂਦੇ ਕਿਸੇ ਦੀ ਗੱਡੀ ਭੰਨ ਦੇਣੀ, ਕਿਸੇ ਸਭਾ ਦੇ ਵਿੱਚ ਬੈਠੇ ਹੋਏ ਕਿਸੇ ਬੰਦੇ ਨੂੰ ਦੜਾ ਕੇ ਮਾਰਨਾ ਕੁੱਟਣਾ, ਜਾਂ ਉਹਦੇ ਕੱਪੜੇ ਪਾੜ ਦੇਣੇ, ਜਾਂ ਕਿਸੇ ਵੀ ਬੰਦੇ ਦੇ ਰਾਹ ਜਾਂਦੇ ਗੱਡੀ ਦੇ ਉੱਤੇ ਪੱਥਰ ਮਾਰ ਦੇਣੇ, ਅਸੀਂ ਇਹਨੂੰ ਬਿਲਕੁਲ ਠੀਕ ਨਹੀਂ ਮੰਨਦੇ। ਟਕੈਤ ਜੀ ਕੱਲ ਰਾਜਸਥਾਨ ਗਏ ਹੋਏ ਸੀ, ਅਲਵਰ ਤੋਂ ਅੱਗੇ ਕਿਤੇ ਜਾਂਦੇ ਹੋਏ ਸੀ ਤੇ ਉਹਨਾਂ ਦੀ ਗੱਡੀ ਦੇ ਵਿੱਚ ਹਮਲਾ ਕੀਤਾ ਗਿਆ ਤੇ ਜਿਹੜੀ ਗੱਡੀ ਉਹ ਫੜੀ ਗਈ ਆ ਉਹ ਕਿਸੇ ABVP ਦਾ ਕੋਈ ਵਿਦਿਆਰਥੀ ਦਾ ਆਗੂ ਆ, ਕੋਈ ਕਿਸੇ ਮਤੇਸਰ ਕੋਈ ਯੂਨੀਵਰਸਿਟੀ ਆ ਉੱਥੇ ਦਾ ਉਹ ਯੂਨੀਅਨ ਲੀਡਰ ਵੀ ਆ, ਕਿਸੇ ਕੁਝ ਲੀਡਰਾਂ ਨਾਲ ਉਹਦੀ ਨੇੜੇ ਦੀ ਗੱਲ ਦੱਸੀ ਜਾਂਦੀ ਆ। ਅਕਸਰ ਅਸੀਂ ਇਦਾਂ ਦੀਆਂ ਗੱਲਾਂ ਪੰਜਾਬ ਦੇ ਵਿੱਚ ਬਹੁਤ ਦੇਖਦੇ ਹਾਂ ਕਿ ਕੋਈ ਡਰੱਗ ਪਿੰਨ ਫੜਿਆ ਜਾਂਦਾ ਤੇ ਉਹਦੀਆਂ ਫੋਟੋਆਂ ਕਾਂਗਰਸ ਵਾਲੇ ਦਿਖਾ ਦਿੰਦੇ ਆ ਕਿ ਅਕਾਲੀਆਂ ਨਾਲ ਖੜਾ ਸੀ, ਤੇ ਅਕਾਲੀ ਦਿਖਾ ਦੇਣਗੇ ਕਿ ਉਹ ਕਾਂਗਰਸ ਨਾਲ ਖੜਾ ਸੀ। ਜ਼ਰੂਰੀ ਨਹੀਂ ਆ ਕਿ ਕੋਈ ਬੰਦਾ ਕਿਸੇ ਦੇ ਨਾਲ ਫੋਟੋ ਦੇ ਵਿੱਚ ਸ਼ਾਮਲ ਆ ਤੇ ਉਹ ਉਹਨਾਂ ਦਾ ਹੀ ਹੈ। ਸਮਾਜਿਕ ਤੌਰ ਤੇ ਵਿਚਰਦਿਆਂ ਅਸੀਂ ਕਿਸੇ ਵੀ ਲਾਗੂ ਦੇ ਨੇੜੇ ਹੋ ਕੇ ਫੋਟੋ ਖਿਚਾ ਸਕਦੇ ਹਾਂ। ਗੱਲ ਤੇ ਇਹ ਆ ਕਿ ਸਾਡੇ ਦਿਮਾਗ ਦੇ ਵਿੱਚ ਜਿਹੜੀ ਹਿੰਸਾ ਦੀ ਜਗ੍ਹਾ ਆ ਉਹ ਕਿਉਂ ਆ,
ਜੀ ਕਿੱਥੋਂ ਉਹ ਆਈ ਆ। ਕਿਉਂ ਅਸੀਂ ਇਹ ਗੱਲ ਸਮਝ ਲਈ ਕਿ ਜੇ ਟਕੈਤ ਸਾਹਿਬ ਦੀ ਗੱਡੀ ਦੇ ਉੱਤੇ ਪੱਥਰ ਮਾਰ ਦਈਏ, ਜੇ ਅਸੀਂ ਉਹਨਾਂ ਦੀ ਗੱਡੀ ਭੰਨ ਦਈਏ ਜਾਂ ਅਸੀਂ ਉਹਨਾਂ ਨੂੰ ਸਰੀਰਕ ਨੁਕਸਾਨ ਪਹੁੰਚਾ ਦਈਏ ਤੇ ਕਿਸਾਨ ਅੰਦੋਲਨ ਜਿਹੜਾ ਹੈ ਉਹ ਹੱਲ ਹੋ ਜਾਊਗਾ। ਕੀ ਅਸੀਂ ਇਹ ਸੋਚਦੇ ਹਾਂ? ਜਾਂ ਅਸੀਂ ਇਹ ਸੋਚਦੇ ਹਾਂ ਕਿ ਉਹਨਾਂ ਦੀ ਗੱਡੀ ਦੇ ਉੱਤੇ ਕੁਝ ਹਮਲਾ ਕਰਕੇ ਤੇ ਸਾਡੀ ਆਪਣੀ ਮਸ਼ਹੂਰੀ ਹੋ ਜਾਊਗੀ? ਕਿਉਂਕਿ ਟਕੈਤ ਸਾਹਿਬ ਹੁਣ ਫੇਮਸ ਹੋ ਗਏ ਨੇ ਕਿਸਾਨ ਆਗੂ ਦੇ ਤੌਰ ਤੇ ਉਹ ਜਿਹੜਾ ਆਗੂ ਇਹੋ ਜਿਹੀ ਕਰਨ ਵਾਲਾ ਜਿਹੜਾ ਆ ਉਹ ਥੋੜੀ ਘੱਟ ਮਸ਼ਹੂਰੀ ਦਾ ਮਾਲਕ ਹੈ ਤੇ ਉਹ ਵੀ ਚਾਹੁੰਦਾ ਹੋਵੇ ਕਿ ਛੋਟਾ ਮੋਟਾ ਕੇਸ ਹੀ ਦਰਜ ਹੋਣਾ, ਮੈਂ ਵੀ ਰਾਜਸਥਾਨ 'ਚ ਮਸ਼ਹੂਰ ਹੋ ਜਾਊਂਗਾ। ਇਹ ਦੋ ਕਾਰਨ ਨੇ। ਜਾਂ ਫਿਰ ਵਾਕਿਆ ਹੀ ਸਾਡੇ ਦਿਮਾਗ ਦੇ ਵਿੱਚ ਜਿਹੜੀ ਆ ਬੌਧਿਕ ਸ਼ਕਤੀ ਜਿਹੜੀ ਆ ਉਹਦੀ ਕਮੀ ਆ, ਅਸੀਂ ਕਿਸੇ ਗੱਲ ਨੂੰ ਵਿਚਾਰ ਨਹੀਂ ਸਕਦੇ, ਅਸੀਂ ਉਹਦੀ ਵਿਚਾਰਨ ਦੀ ਹੱਦ ਤੱਕ ਸਮਝਦਾਰ ਨਹੀਂ ਹੋਏ ਤੇ ਅਸੀਂ ਸਿਰਫ ਉਸ ਮਸਲੇ ਨੂੰ ਇੱਕ ਨਵੇਂ ਮਸਲੇ 'ਚ ਬਦਲਣ ਦਾ ਹੱਲ ਕਰ ਰਿਹਾ ਕਿ ਅਸੀਂ ਉਹਨੂੰ ਕੁੱਟਮਾਰ ਕਰ ਲਈਏ ਤੇ ਉਹ ਮਸਲਾ ਹੱਲ ਹੋ ਜਾਊ। ਸੋ ਜਿਹੜੀ ਇਹ ਗੱਲਬਾਤ ਆ ਕੁੱਲ ਮਿਲਾ ਕੇ ਸਾਡੇ ਦਿਮਾਗੀ ਸੰਤੁਲਨ ਨੂੰ ਜਾਂ ਦਿਮਾਗੀ ਪੱਧਰ ਨੂੰ ਪੈਦਾ ਕਰਦੀ ਆ ਕਿ ਅਸੀਂ ਕਰਨਾ ਕੀ ਆ। ਸਭ ਤੋਂ ਪਹਿਲਾਂ ਸੋਚਣਾ ਪਏਗਾ ਕਿ ਸਮੱਸਿਆ ਕੀ ਆ, ਫਿਰ ਅਸੀਂ ਉਹਦੇ ਹੱਲ 'ਚ ਸ਼ਾਮਲ ਹੋਣਾ ਜਾਂ ਉਸ ਸਮੱਸਿਆ ਨੂੰ ਵਿਗਾੜਨ ਵੱਲ ਜਾਣਾ। ਸੋ ਇਹ ਜਿਹੜਾ ਹਮਲਾ ਆ ਉਹ ਨਹੀਂ ਹੋਣਾ ਚਾਹੀਦਾ, ਕਿਸੇ ਤੇ ਵੀ ਨਹੀਂ ਹੋਣਾ ਚਾਹੀਦਾ। ਲੋਕਤੰਤਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇੱਥੇ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਹੋ ਸਕਦੀਆਂ, ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਆ, ਪਰ ਗੱਲ ਇਹੀ ਆ ਕਿ ਅਸੀਂ ਉਹ ਜਿਹੜਾ ਸੁਤੰਤਰਤਾ ਆ, ਆਪਣੀ ਆਜ਼ਾਦੀ ਆ ਜਾਂ ਆਪਣੇ ਵਿਚਾਰਾਂ ਦੇ ਚੰਗੇ ਹੋਣ ਨੂੰ ਅਸੀਂ ਇੰਨਾ ਜ਼ਰੂਰੀ ਸਮਝ ਲਿਆ ਕਿ 2 ਤੇ 2 4 ਹੀ ਹੁੰਦੇ ਆ ਤੇ ਜੇ ਕੋਈ ਬੰਦਾ ਉਹਨੂੰ ਕੋਈ ਉਹਦੇ 'ਚ ਕੁਝ ਹੋਰ ਗੱਲ ਸ਼ਾਮਲ ਕਰਨਾ ਚਾਹੁੰਦਾ ਤੇ ਅਸੀਂ ਉਹਦੀ ਗੱਲ ਸੁਣਨੀ ਚਾਹੀਦੀ ਹੈ ਤੇ ਉਹ ਜਿਹੜੀ ਗੱਲਬਾਤ ਆ ਉਹ ਕਿਸੇ ਹੋਰ ਪਾਸੇ ਨਾ ਜਾਵੇ ਤੇ ਚੰਗੀ। ਤੇ ਵੈਸੇ ਟਕੈਤ ਹੋਰਾਂ ਨੇ ਇਲਜ਼ਾਮ ਸਿੱਧਾ ਕੇਂਦਰ ਸਰਕਾਰ ਦੇ ਆਗੂਆਂ ਤੇ ਲਾਇਆ ਤੇ ਕਹਿੰਦੇ ਜੇ ਮੈਨੂੰ ਸੜਕ ਤੇ ਨਹੀਂ ਉਤਰਨ ਦਿੱਤਾ ਤੇ ਤੁਸੀਂ ਉਮੀਦ ਨਾ ਕਰਿਓ ਕਿ ਤੁਹਾਨੂੰ ਵੀ ਅਸੀਂ ਸੜਕਾਂ ਤੇ ਆਉਣ ਦੇਵਾਂਗੇ ਫਿਰ ਕਦੀ। ਇਦਾਂ ਦਾ ਉਹਨਾਂ ਦਾ ਕਹਿਣਾ ਕਿੰਨਾ ਕੁ ਠੀਕ ਲੱਗਦਾ ਤੁਹਾਨੂੰ? ਦੇਖੋ ਜਦੋਂ ਦੋ ਹੁਣ ਧਿਰਾਂ ਤੇ ਬਣੀਆਂ ਹੋਈਆਂ ਨੇ, ਕਿਸਾਨ ਅੰਦੋਲਨ ਇੱਕ ਪਾਸੇ ਆ ਤੇ ਬੀਜੇਪੀ ਸਰਕਾਰ ਇੱਕ ਪਾਸੇ ਆ, ਤੇ ਫਿਰ ਜਦੋਂ ਉਹ ਜਿਹੜੀ ਕਾਰ ਆ ਉਹ ਕਿਸੇ ਬੀਜੇਪੀ ਦੇ ਲੀਡਰ ਦੀ ਆ, ਚਾਹੇ ਉਹ ਯੂਥ ਲੀਡਰ ਆ ਉਹਦੀ ਆ, ਤੇ ਫਿਰ ਇਹ ਗੱਲ ਕਹਿਣੀ ਤਾਂ ਜਾਇਜ਼ ਹੀ ਬਣੇਗੀ। ਭਾਵੇਂ ਅਸੀਂ ਪੰਜਾਬ 'ਚ ਹੋਏ ਹਮਲੇ ਲਈ ਮੈਂ ਖੁਦ ਇਹ ਗੱਲ ਕਹੀ ਸੀ ਕਿ ਉਹ ਲੋਕ ਕਿਸਾਨ ਨਹੀਂ ਹੈ, ਪਰ ਕੇਂਦਰ ਨੇ ਤਾਂ ਇਹ ਗੱਲ ਕਹੀ ਆ ਤੇ ਪਰਚਾ ਵੀ ਕੁਝ ਕਿਸਾਨਾਂ ਤੇ ਹੀ ਹੋਇਆ। ਸੋ ਇਲਜ਼ਾਮ ਤੇ ਲੱਗਣਗੇ ਦੋਨੋਂ ਪਾਸੇ। ਤੇ ਟਕੈਤ ਤੋਂ ਬਾਅਦ ਹੁਣ ਜੇ ਚੋਣਾਂ ਵੱਲ ਪਰਤੀਏ ਤੇ ਚੋਣਾਂ ਹੋ ਰਹੀਆਂ ਬੰਗਾਲ 'ਚ, ਵੈਸੇ 5 ਸਟੇਟ ਦੇ ਵਿੱਚ ਹੋ ਰਹੀਆਂ ਨੇ। ਜਿਹੜਾ ਕੱਲ ਮਾਮਲਾ ਭਖਿਆ ਹੈ ਉਹ ਅਸਮ ਦਾ ਹੈ। ਈਵੀਐਮ ਮਸ਼ੀਨ ਦਾ ਕੋਈ ਰੌਲਾ ਹੈ, ਈਵੀਐਮ ਦੀ ਗੱਡੀ ਹੋਈ ਖਰਾਬ, ਈਵੀਐਮ ਦੀ ਨਹੀਂ ਕਹਾਂਗੀ, ਚੋਣ ਕਮਿਸ਼ਨ ਦੀ ਗੱਡੀ ਹੋਈ ਖਰਾਬ ਤੇ ਚੋਣ ਕਮਿਸ਼ਨ ਬੀਜੇਪੀ ਆਗੂ ਦੀ ਕਾਰ ਵਿੱਚ ਹੋਇਆ ਸਵਾਰ। ਬਿਲਕੁਲ ਜੀ, ਇਹ ਮਾਮਲਾ ਦੱਸ ਦਿਓ। ਤੁਸੀਂ ਅੱਜ ਇੱਕ ਜਿਹੜੀ ਮੁਹਾਵਰਾ ਕੱਢ ਲਿਆ ਚੰਗਾ ਨਵਾਂ ਕਿ ਚੋਣ ਕਮਿਸ਼ਨ ਦੀ ਕਾਰ ਹੋਈ ਖਰਾਬ ਤੇ ਚੋਣ ਕਮਿਸ਼ਨ ਹੋਇਆ ਬੀਜੇਪੀ ਦੀ ਕਾਰ 'ਚ ਸਵਾਰ। ਬਿਲਕੁਲ ਇਹਨੂੰ ਤੁਸੀਂ ਇਦਾਂ ਹੀ ਕਿਹਾ ਜਾਵੇਗਾ ਤੇ ਇਹ ਦਰੁਸਤ ਗੱਲ ਆ। ਇਲੈਕਸ਼ਨ ਜਿਹਦੀ ਅਸੀਂ ਗੱਲ ਕਰਦੇ ਹਾਂ, 5 ਸਟੇਟਾਂ 'ਚ ਚੋਣਾਂ ਹੋ ਰਹੀਆਂ ਨੇ। ਅਸਾਮ 'ਚ ਦੂਜੇ ਗੇੜ ਦੀਆਂ ਵੋਟਾਂ ਖਤਮ ਹੋਣ ਤੋਂ ਬਾਅਦ ਜਿਹੜੀਆਂ ਮਸ਼ੀਨਾਂ ਉਹ ਟਰੈਵਲ ਕਰ ਰਹੀਆਂ ਸੀ, ਜਿੱਥੋਂ ਮਸ਼ੀਨਾਂ ਜਾਣੀਆਂ, ਜਿੱਥੇ ਚੋਣ ਬੂਥ ਲੱਗਾ ਸੀ ਉੱਥੋਂ ਮੁੜ ਕੇ ਸਟਰੋਂਗ ਰੂਮ ਆ, ਚਾਹੇ ਉਹ ਜ਼ਿਲ੍ਹਾ ਹੈੱਡਕੁਆਟਰ 'ਚ ਬਣਿਆ, ਚਾਹੇ ਤਹਿਸੀਲ ਹੈੱਡਕੁਆਟਰ 'ਚ ਵੀ ਕਈ ਵਾਰ ਬਣੇ ਹੁੰਦੇ ਨੇ, ਆਮ ਤੌਰ 'ਤੇ ਜ਼ਿਲ੍ਹਾ ਹੈੱਡਕੁਆਟਰ 'ਚ ਹੀ ਨੇ। ਤੇ ਉਹ ਮਸ਼ੀਨ ਜਿਹੜੀ ਆ ਉਹ ਇੱਕ ਪ੍ਰਾਈਵੇਟ ਕਾਰ ਦੇ ਵਿੱਚ ਫੜੀ ਗਈ। ਉਹ ਕਾਰ ਵੀ ਉਸ ਉੱਥੇ ਦੇ ਵਿਧਾਇਕ ਦੀ ਆ, ਜਿਹੜਾ ਵਿਧਾਇਕ ਦਾ ਕੈਂਡੀਡੇਟ ਆ ਉਹਦੀ ਆ। ਤੇ ਇਹ ਗੱਲ ਤੇ ਫਿਰ ਸਨਸਨੀ ਤੇ ਬਣੇਗੀ। ਚੋਣ ਦੀ ਵਿੱਚ ਤੁਸੀਂ ਗੱਲ ਕਰਦੇ ਆ, ਭਾਰਤ ਦੀ ਗੱਲ ਕਰਦੇ ਆ, ਅਸੀਂ ਬਹੁਤ ਵਾਰ ਇਹ ਗੱਲ ਦੇਖੀ ਆ ਜਦੋਂ ਦਿੱਲੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਬਹੁਮਤ ਮਿਲੀ ਸੀ, ਉਹ ਤੋਂ ਪਹਿਲਾਂ ਵੀ ਇਹ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਕਿ ਜਿਹੜੀਆਂ ਈਵੀਐਮਸ ਆ ਉਹ ਹੈਕ ਹੁੰਦੀਆਂ। ਈਵੀਐਮ ਜਿਹੜੀਆਂ ਆ ਉਹਦੇ ਵਿੱਚ ਜਿਹੜੀ ਧੋਖਾਧੜੀ ਉਹਦੀ ਸ਼ਿਕਾਇਤ ਹੋ ਸਕਦੀ ਆ। ਉਹ ਬਹੁਤ ਸਾਰੇ ਅਸੀਂ ਚੁਟਕਲੇ ਉਹਦੇ ਤੇ ਸੁਣੇ, ਬਹੁਤ ਸਾਰੀਆਂ ਹੋਰ ਗੱਲਾਂ ਸਾਡੇ ਸਾਹਮਣੇ ਸੁਣਨ ਨੂੰ ਮਿਲੀਆਂ। ਚੋਣ ਕਮਿਸ਼ਨ ਨੂੰ ਇੱਕ ਵਾਰ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿਣੀ ਪਈ ਕਿ ਕੋਈ ਵੀ ਬੰਦਾ ਇਸ ਈਵੀਐਮ ਨੂੰ ਹੈਕ ਕਰਕੇ ਦਿਖਾ ਦੇਵੇ ਤੇ ਅਸੀਂ ਉਹਦੀ ਗੱਲ ਮੰਨ ਲਵਾਂਗੇ। ਸ਼ਰਤਾਂ ਲੱਗਦੀਆਂ ਵੀ ਅਸੀਂ ਦੇਖੀਆਂ, ਪਰ ਚੋਣ ਆਖਰ ਤੇ ਇੱਕ ਮਸ਼ੀਨ ਆ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਹਾਲੇ ਤੱਕ ਉਹ ਹੈਕ ਨਹੀਂ ਹੋਈ, ਪਰ ਉਹ ਹੈਕ ਹੋ ਨਹੀਂ ਸਕਦੀ, ਇਦਾਂ ਨਹੀਂ ਹੋ ਸਕਦਾ। ਛੋਟਾ ਜਿਹਾ ਸੌਫਟਵੇਅਰ ਆ, ਤੁਸੀਂ ਜਿਹੜਾ ਬਟਨ ਦੱਬਦੇ ਆ ਉਸ ਬਟਨ ਦੀ ਕਾਊਂਟਿੰਗ, ਉਹਦਾ ਕਾਊਂਟਰ ਜਿਹੜਾ ਉਹ ਚੱਲ ਜਾਂਦਾ ਤੇ ਦੂਜੀ ਮਸ਼ੀਨ ਜਦੋਂ ਦੂਜਾ ਬਟਨ ਦੱਬਦੇ ਉਹਦਾ ਕਾਊਂਟਰ ਚੱਲ ਜਾਂਦਾ। ਸਿੰਪਲ ਜਿਹਾ ਮੈਥਡ ਆ। ਉਹਦੇ ਅੰਦਰ ਥੋੜੀ ਬਹੁਤ ਛੇੜਖਾਨੀ ਕਰਕੇ, ਜੇ ਮੈਂ ਤਾਂ ਉਹਦਾ ਮਕੈਨਿਕ ਟਾਈਪ ਮੇਰੀ ਜਿਹੜੀ ਨੋ ਹਾਓ ਉਹਦਾ ਨਹੀਂ ਰੱਖਦਾ, ਪਰ ਮੈਂ ਚੋਣ ਕਮਿਸ਼ਨ ਦੀ ਇਸ ਗੱਲ ਨੂੰ ਰੱਦ ਕਰਦਾ ਕਿ ਇਹ ਜਿਹੜੀ ਆ ਉਹਦੇ ਵਿੱਚ ਹੋ ਹੀ ਨਹੀਂ ਸਕਦੀ ਹੈਕਿੰਗ। ਇੱਦਾਂ ਦਾ ਕੁਝ ਸੰਭਵ ਨਹੀਂ ਹੈ। ਬਹੁਤ ਦੇਰ ਪਹਿਲਾਂ UIDAI ਜਿਹੜੀ ਸਾਡੀ ਆਧਾਰ ਕਾਰਡ ਦੀ ਅਥਾਰਟੀ ਆ, ਉਹਨਾਂ ਨੇ ਵੀ ਕਿਹਾ ਸੀ ਕਿ ਆਧਾਰ ਕਾਰਡ ਦੀ ਜਿਹੜੀ ਡੇਟਾਬੇਸ ਬੇਸ ਆ ਉਹਨੂੰ ਲੀਕ ਨਹੀਂ ਕੀਤਾ ਜਾ ਸਕਦਾ, ਉਹਦੀਆਂ ਜਿਹੜੀਆਂ ਫਾਈਲਸ ਆ ਉਹ ਖੋਲ੍ਹ ਹੀ ਨਹੀਂ ਸਕਦੀਆਂ। ਪਰ ਬਹੁਤ ਸਾਰੀਆਂ ਅਸੀਂ ਫਾਈਲਾਂ ਖੁੱਲ੍ਹਦੀਆਂ ਦੇਖੀਆਂ ਤੇ ਬਹੁਤ ਸਾਰਿਆਂ ਦੇ ਬੈਂਕ ਡਿਟੇਲ ਇੱਧਰ ਉੱਧਰ ਹੁੰਦੇ ਦੇਖੇ। ਹਾਂ, ਝੂਠੇ ਆਧਾਰ ਕਾਰਡ ਵੀ ਤਾਂ ਬਣਦੇ ਦੇਖੇ, ਬੜੇ ਆਰਾਮ ਨਾਲ ਇੱਕ ਬੰਦੇ ਦੇ ਇੱਕ ਤੋਂ ਵੱਧ ਵੀ ਬਣੇ ਹੋਏ ਨੇ। ਤੇ ਦੂਸਰੀ ਗੱਲ, ਜਦੋਂ ਅਸੀਂ ਇਹਦਾ ਦੂਜਾ ਪੱਖ ਦੇਖਦੇ ਹਾਂ ਪਰਮਿੰਦਰ ਜੀ, ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਚਾਹੇ ਉਹ ਸਾਡੇ ਨਾਲੋਂ ਵੱਡੇ ਵਿਕਸਿਤ ਦੇਸ਼ ਨੇ, ਟੈਕਨੋਲੋਜੀਕਲੀ ਬਹੁਤ ਵੈਲ ਨੇ, ਉਹਨਾਂ ਨੇ ਵੀ ਚੋਣ ਮਸ਼ੀਨਾਂ ਦੀ ਜਿਹੜੀ ਵਰਤੋਂ ਆ ਉਹਦੇ ਤੋਂ ਹਾਲੇ ਤੱਕ ਕਿਨਾਰਾ ਕੀਤਾ ਹੋਇਆ। ਕਿਉਂਕਿ ਜਦੋਂ ਤੱਕ ਅਸੀਂ
ਟੈਕਨੋਲੋਜੀ ਵੱਲ ਨੂੰ ਜਾਂਦੇ ਆ ਤੇ ਵਾਪਸ ਅਸੀਂ ਫਿਰ ਫਿੰਗਰਪ੍ਰਿੰਟਸ ਤੇ ਹੀ ਆਏ ਆ। ਜਿੰਨੀ ਮਰਜ਼ੀ ਅਸੀਂ ਟੈਕਨੋਲੋਜੀ ਅਪਡੇਟ ਕੀਤੀ ਆ, ਅਸੀਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ, ਪਰ ਅਸੀਂ ਉਹ ਬਜ਼ੁਰਗਾਂ ਵਾਲਾ ਅੰਗੂਠਾ ਹੁਣ ਫਿਰ ਲਾਉਂਦੇ ਆ। ਕਹਿਣ ਤੋਂ ਭਾਵ ਸਿਗਨੇਚਰ ਕਰਨ ਸਿੱਖਣ ਤੋਂ ਬਾਅਦ ਫਿਰ ਅੰਗੂਠੇ ਤੇ ਆ ਗਏ ਆ। ਬਿਲਕੁਲ, ਉਹ ਨੀਲੀ ਸਿਆਹੀ ਨਾਲ ਲਾਉਂਦੇ ਸੀ, ਅਸੀਂ ਉਹ ਡਿਜੀਟਲ ਮਸ਼ੀਨ ਦੀ ਸਕਰੀਨ ਤੇ ਲਾਉਂਦੇ ਆ, ਪਰ ਲਾਉਂਦੇ ਅਸੀਂ ਅੰਗੂਠਾ ਹੀ ਆ। ਜੀ ਕਿਉਂਕਿ ਜਿਹੜਾ ਮਨੁੱਖਤਾ ਆ, ਜਿਹੜਾ ਮਨੁੱਖ ਦੀ ਬਣਤਰ ਆ, ਉਹ ਸਭ ਤੋਂ ਜ਼ਰੂਰੀ ਆ, ਸਭ ਤੋਂ ਨੇੜੇ ਦੀ ਚੀਜ਼ ਆ। ਜਨਰਲਾਈਜ਼ ਜਿਹੜੀ ਗੱਲ ਆ ਉਹ ਇਹੀ ਆ ਕਿ ਜੇ ਬੈਲਟ ਪੇਪਰ ਤੇ VOTING ਹੁੰਦੀ ਆ ਤੇ ਉਹਦੇ ਵਿੱਚ ਜਿਹੜੀ ਆ ਉਹਦੀ ਸ਼ੈਤਾਨੀ ਦੀ ਜਿਹੜੀ ਗੁੰਜਾਇਸ਼ ਆ ਉਹ ਘੱਟ ਆ। ਤੇ EVM ਦੇ ਉੱਤੇ ਰੌਲਾ ਬੀਤੇ ਸਮੇਂ ਦੇ ਵਿੱਚ BJP ਨੂੰ ਛੱਡ ਕੇ ਸਾਰੀਆਂ ਹੀ ਪਾਰਟੀਆਂ ਨੇ ਪਾਇਆ ਤੇ ਕਿਤੇ ਨਾ ਕਿਤੇ BJP ਦੇ ਲੋਕਾਂ ਨੇ ਵੀ ਰੌਲਾ ਪਾਇਆ ਆ, ਉਹ ਬੰਦਿਆਂ ਨੇ ਜਿਹੜੇ ਕਿਤੇ ਥੋੜੇ ਮਾਰਜਨ ਨਾਲ ਹਾਰੇ ਨੇ। ਤੇ ਹੁਣ ਜਦੋਂ ਇੱਕ EVM ਜਿਹੜੀ ਮਸ਼ੀਨ ਆ ਉਹ ਕਿਸੇ ਕੈਂਡੀਡੇਟ ਦੀ ਕਾਰ ਚੋਂ ਮਿਲੀ ਆ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਉਹਦੇ ਤੇ ਉਹਨਾਂ ਨੇ ਸਫਾਈ ਦਿੱਤੀ ਆ ਪੁਲਿਸ ਨੇ, ਉਹ ਤੇ ਏਕਤਾ ਕਪੂਰ ਦੇ ਨਾਟਕ ਵਰਗੀ ਆ। ਅੱਛਾ ਜੀ। ਜਿੱਦਾਂ ਦੀ ਉਹ ਕਹਾਣੀ ਅਕਸਰ ਬਣਾ ਦਿੰਦੇ ਆ ਕਿ ਇੱਥੋਂ ਅਸੀਂ ਜਾ ਰਹੇ ਸੀ ਤੇ ਸਾਡੀ ਕਾਰ ਖਰਾਬ ਹੋ ਗਈ ਚੋਣ ਕਮਿਸ਼ਨ ਦੀ, ਫਿਰ BJP ਦੀ ਕਾਰ ਆਈ। ਦੇਖੋ ਹਿੰਦੀ ਫਿਲਮ ਵਾਲੀ ਕਹਾਣੀ ਆ ਨਾ ਜੀ, ਕਿ ਉਹੋ ਹੀ ਕਾਰ ਉੱਥੋਂ ਆਈ ਜਿਹਦੀ ਉਹ ਮਸ਼ੀਨ ਸੀ, ਜਿਨ੍ਹਾਂ ਨੂੰ ਉਸ ਮਸ਼ੀਨ ਦੀ ਲੋੜ ਸੀ। ਹੁਣ ਉਹਨਾਂ ਨੇ ਉਸ ਮਸ਼ੀਨ ਨਾਲ ਕੀ ਕਰਨਾ ਸੀ, ਉਹਨੂੰ ਬਦਲਣਾ ਸੀ, ਉਹਦੇ ਚੋਂ ਵੋਟਾਂ ਘਟਾਉਣੀਆਂ ਸੀ, ਵਧਾਉਣੀਆਂ ਸੀ, ਤੇ ਉਹ ਤੇ ਹੁਣ ਉਹੀ ਜਾਣਦੇ ਹੋਣਗੇ। ਪਰ ਜਿਹੜੀ ਸ਼ੱਕ ਦੀ ਸੂਈ ਆ ਉਹ ਤੇ ਬਿਲਕੁਲ ਘੁੰਮਦੀ ਆ। ਤੇ ਚੋਣਾਂ ਕਿਉਂਕਿ ਇਹਨਾਂ ਦਾ ਤਿਉਹਾਰ ਆ, ਇਹਨਾਂ ਲਈ ਜਿੱਤਣੀਆਂ ਜ਼ਰੂਰੀ ਨੇ, ਤੇ ਉਹ ਸਾਰੇ ਸਾਮ ਦਾਮ ਦੰਡ ਭੇਦ ਜੋ ਕੁਝ ਵੀ ਉਹਦੇ ਲਈ ਲਾਉਂਦੇ ਆ, ਉਹ ਜਿਹੜਾ ਸਾਰਾ ਕੁਝ ਉਹ ਨਹੀਂ ਹੋਣਾ ਚਾਹੀਦਾ। ਤੇ ਇਸ ਘਟਨਾ ਨੂੰ ਤੁਸੀਂ ਹਲਕੇ 'ਚ ਵੀ ਨਹੀਂ ਲੈ ਸਕਦੇ। ਪਹਿਲਾਂ ਕਿਹਾ ਕੁਝ ਨਹੀਂ ਹੋਇਆ, ਬਾਅਦ ਵਿੱਚ 4 ਬੰਦੇ ਸਸਪੈਂਡ ਵੀ ਕਰ ਦਿੱਤੇ ਗਏ, ਫਿਰ ਉਸੇ ਬੂਥ ਤੇ ਦੁਬਾਰਾ ਜਿਹੜੀ ਹੈ ਇਲੈਕਸ਼ਨ ਉਹ ਵੀ ਕਰਵਾਉਣ ਦੀ ਘੋਸ਼ਣਾ ਕੀਤੀ ਗਈ। ਅਸੀਂ ਬੀਤੇ 'ਚ ਦੇਖਿਆ ਪੰਜਾਬ 'ਚ ਜਦੋਂ ਇਲੈਕਸ਼ਨਸ ਹੋਈਆਂ ਸੀ ਤੇ ਅਲੱਗ-ਅਲੱਗ ਪਾਰਟੀਆਂ ਦੇ ਲੋਕ ਉਹਨੇ ਦਿਨ ਤੱਕ ਉਸ ਸਟਰੋਂਗ ਰੂਮ ਦੇ ਬਾਹਰ ਬੈਠੇ ਰਹਿੰਦੇ ਆ ਕਿ ਕੋਈ ਅੰਦਰ ਜਾਵੇ ਨਾ, ਜੇ ਕੋਈ ਜਾਵੇ ਤਾਂ ਵਿਰੋਧ ਹੁੰਦਾ, ਲੜਾਈ ਝਗੜੇ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ। ਸੋ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸੁਧਾਰਨ ਦੀ ਲੋੜ ਆ। ਇਲੈਕਸ਼ਨ ਪ੍ਰਕਿਰਿਆ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਕਿ ਉਹ ਟਰਾਂਸਪੇਰੈਂਟ ਹੋਵੇ ਤੇ ਸਾਫ਼ ਸੁਥਰੇ ਤਰੀਕੇ ਨਾਲ ਹੀ ਹੋਵੇ। ਤੇ ਅੰਮ੍ਰਿਤ ਜੀ ਅਗਲੇ ਮੁੱਦੇ ਵੱਲ ਆਉਂਦੇ ਆ, ਪਰ ਇਸ ਵੇਲੇ ਪ੍ਰੋਗਰਾਮ 'ਚ ਲੈਣੇ ਆ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਆ। ਤੇ ਅੰਮ੍ਰਿਤਪਾਲ ਜੀ ਅਗਲੇ ਮੁੱਦੇ ਵੱਲ ਆਈਏ ਤੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਚੱਲ ਰਹੀ ਹੈ ਤੇ ਕੱਲ 3 ਕਥਿਤ ਮੁਲਜ਼ਮ ਉੱਥੇ ਹਾਜ਼ਰ ਸਨ। ਇਹ ਸੁਣਵਾਈ ਦੇ ਵਿੱਚ ਇਸ ਵੇਲੇ 3 ਦੀ ਹਾਜ਼ਰੀ ਕਿੱਦਾਂ ਦੀ ਲੱਗ ਰਹੀ ਹੈ ਤੁਹਾਨੂੰ? ਇਲੈਕਸ਼ਨ ਨੇੜੇ ਆ ਰਹੀਆਂ ਜੀ। ਅੱਛਾ ਜੀ। ਬਸ ਸਿੱਧੀ ਜੀ ਗੱਲ ਆ, ਮਤਲਬ ਨਤੀਜਾ ਨਿਕਲ ਆਏਗਾ ਫਿਰ ਛੇਤੀ। ਹਾਂਜੀ, ਸੱਤਾਧਾਰੀ ਧਿਰ ਚਾਹੇਗੀ ਕਿ ਇਹ ਨਤੀਜਾ ਛੇਤੀ ਕੱਢੀਏ ਤੇ ਉਦੋਂ ਦੀ ਜਿਹੜੀ ਉਸ ਵੇਲੇ ਦੀ ਸਰਕਾਰ ਆ ਉਹਨੂੰ ਅਸੀਂ ਸਾਹਮਣੇ ਪੇਸ਼ ਕਰੀਏ ਲੋਕਾਂ ਦੇ ਕਿ ਇਹੀ ਸਾਰਾ ਕੁਝ ਕਰ ਰਹੇ ਸੀ। ਕਹਿਣ ਤੋਂ ਭਾਵ ਚੋਣ ਮੁੱਦਾ ਮਿਲ ਜਾਏ ਜਿੱਤਣ ਦਾ। ਬਿਲਕੁਲ ਬਿਲਕੁਲ ਬਿਲਕੁਲ। ਇੱਕ ਰਾਹਤ ਇੰਦੌਰੀ ਦਾ ਸ਼ੇਰ ਸੀਗਾ ਬੜਾ ਸੋਹਣਾ ਜਿਹਾ, ਹੁਣ ਤਾਂ ਉਹ ਫੌਤ ਹੋ ਗਏ। ਕਹਿੰਦੇ ਸਰਹਦੋਂ ਮੇਂ ਬਹੁਤ ਤਨਾਵ ਹੈ ਕਿਆ ਜੀ, ਪਤਾ ਕਰੋ ਤਾਂ ਸ਼ਹਿਰ ਮੇਂ ਚੁਣਾਵ ਹੈ ਕਿਆ। ਕਿ ਜਦੋਂ ਚੁਣਾਵ ਨੇੜੇ ਆਉਂਦੇ ਆ ਫਿਰ ਸਰਕਾਰਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਜ਼ਰ ਆਉਂਦੀਆਂ। ਤੇ ਪਿਛਲੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ ਸੀ ਕਿ ਇਹੋ ਜਿਹੀਆਂ ਬਹੁਤ ਸਾਰੀਆਂ ਬਿੱਲੀਆਂ ਜਿਹੜੀਆਂ ਉਹ ਥੈਲੇ 'ਚੋਂ ਨਿਕਲਣਗੀਆਂ। ਅਗੇਨ ਗੱਲ ਉਹਨਾਂ ਦੀ ਸਿਰਫ ਟਾਈਮਿੰਗ ਦੀ ਆ। ਅਕਤੂਬਰ 2015 ਦੀ ਇਹ ਘਟਨਾ ਆ। ਬਹਿਬਲ ਕਲਾਂ ਤੇ ਕੋਟਕਪੂਰਾ ਜਿਹੜੀ ਗੋਲੀ ਕਾਂਡ ਆ, ਉੱਥੇ ਗੋਲੀ ਚੱਲੀ। ਉਹਦੀ ਜਦੋਂ ਪਿੱਛੇ ਜਾਈਏ ਤੇ ਉਹ ਜਿਹੜਾ ਸਿਰਸੇ ਵਾਲਾ ਬਾਬਾ ਆ ਉਹਨੂੰ ਮਾਫੀ ਦੇਣ ਦੀ ਗੱਲ ਹੋਈ ਅਕਾਲੀ ਦਲ ਵੱਲੋਂ। ਉਹਦੇ 'ਚ ਬਾਲੀਵੁੱਡ ਤੱਕ, ਅਕਸ਼ੇ ਕੁਮਾਰ ਤੱਕ ਉਹਦੇ ਵਿੱਚ ਸ਼ਾਮਲ ਦੱਸੇ ਗਏ। ਬਾਬੇ ਦੇ ਕੱਪੜੇ ਕਿੱਥੋਂ ਆਏ, ਬਾਬੇ ਦੀ ਗੱਲਬਾਤ ਕਿੱਥੇ ਹੋਈ, ਬਾਬੇ ਨਾਲ ਮੀਟਿੰਗ ਕਿੱਥੇ ਹੋਈ, ਪ੍ਰਕਾਸ਼ ਸਿੰਘ ਬਾਦਲ ਨਾਲ ਕੀ ਗੱਲਬਾਤ ਹੋਈ, ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ, ਤੇ ਹੋਰ ਜਿਹੜੇ ਸਿਆਸੀ ਵੱਡੇ ਅਕਾਲੀ ਸੀ ਉਹ ਇਹਦੇ ਖਿਲਾਫ ਨਜ਼ਰ ਆਉਂਦੇ ਸੀ ਪਰ ਸਾਹਮਣੇ ਬੋਲਿਆ ਕੋਈ ਨਹੀਂ। SSP ਚਰਨਜੀਤ ਸ਼ਰਮਾ, AIG ਉਮਰਾ ਨੰਗਲ, ਪਰਮਰਾਜ ਸਿੰਘ ਉਮਰਾ ਨੰਗਲ ਇਸ ਵੇਲੇ ਜਿਹੜੇ ਮੁਅੱਤਲ ਚੱਲ ਰਹੇ ਨੇ। ਜਦੋਂ ਉਮਰਾ ਨੰਗਲ ਦੀ ਗੱਲ ਆਉਂਦੀ ਹੈ ਤੇ ਸਾਡੇ ਸਾਹਮਣੇ ਪਿੰਡ ਉਮਰਾ ਨੰਗਲ ਦਾ ਖੇਡ ਮੇਲਾ ਵੀ ਆਉਂਦਾ ਤੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਦੀ ਗੱਲ ਵੀ ਆਉਂਦੀ ਆ। ਕਿਸੇ ਟਾਈਮ ਦੇ ਉੱਤੇ ਬਹੁਤ ਵੱਡਾ ਨਾਮ ਸੀ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ, ਟਕਸਾਲੀ ਲੋਕ ਸੀ। ਤੇ ਉਸ ਤੋਂ ਬਾਅਦ ਫਿਰ ਵਾਰੀ ਆਈ ਸੁਮੇਧ ਸੈਣੀ ਸਾਹਿਬ ਦੀ, DGP ਪੰਜਾਬ। ਤੇ ਹੁਣ ਕਾਫੀ ਫਿਰ ਇਸੇ ਗੱਲ ਕਰਕੇ ਇਹਨਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ, ਕਿਸੇ ਹੋਰ ਪਾਸੇ ਚਲੇ ਗਏ। ਤੇ ਹੁਣ ਕੋਰਟ ਦੇ ਚੱਕਰਾਂ 'ਚ ਨੇ, ਤਰੀਕਾਂ ਪਈ ਜਾਂਦੀਆਂ ਨੇ। ਤੇ ਜਦੋਂ ਜਿਹੜੇ ਕਿਸੇ ਟਾਈਮ ਤੇ ਸਾਰੀ ਪੰਜਾਬ ਦੇ ਪੁਲਿਸ ਦੇ ਮਾਲਕ ਸੀ, ਸਾਰੀ ਪੰਜਾਬ ਦੀ ਪੁਲਿਸ ਨੂੰ ਕਮਾਂਡ ਕਰਦੇ ਸੀ, ਤੇ ਬਾਦਲ ਸਰਕਾਰ ਦੇ ਸਮੇਂ ਤੇ ਕਿਹਾ ਜਾਂਦਾ ਸੀਗਾ ਕਿ 2-3 ਬੰਦੇ ਹੀ ਆ ਜਿਹੜੇ DGP ਨੂੰ ਮਿਲ ਸਕਦੇ ਨੇ। ਮੁੱਖ ਮੰਤਰੀ ਸਾਹਿਬ ਆਪ, ਉਪ ਮੁੱਖ ਮੰਤਰੀ ਤੇ ਮਜੀਠੀਆ ਸਾਹਿਬ। ਇਹ ਕਿਹਾ ਜਾਂਦਾ ਸੀਗਾ ਕਿ ਹਾਰੀ ਸਾਰੀ ਦੇ ਵੱਸ ਦੀ ਨਹੀਂ ਹੈਗੀ ਕਿ DIG ਨੂੰ, DGP ਸਾਹਿਬ ਨੂੰ ਮਿਲ ਲੈਣ। ਫੋਨ ਕਰਨਾ ਤੇ ਬਹੁਤ ਦੂਰ ਦੀ ਗੱਲ ਸੀ। ਬਹੁਤ ਹਾਰਡਕੋਰ ਆਫੀਸਰ ਮੰਨੇ ਜਾਂਦੇ ਸੀ।
ਤੇ ਕਿਹਾ ਜਾਂਦਾ ਸੀਗਾ ਕਿ ਉਹਨਾਂ ਦੇ ਕਮਰੇ ਦੇ ਬਾਹਰ ਇੱਕ ਬੰਦਾ ਬੈਠਦਾ, ਉਹੀ ਅੰਦਰ ਜਾ ਕੇ ਦੱਸਦਾ ਹੈ ਵੀ ਕੀ ਹੈ ਕੀ ਨਹੀਂ। ਬਹੁਤਿਆਂ ਦੀਆਂ ਤਾਂ ਪਰਚੀਆਂ ਵੀ ਬਾਹਰ ਪਈਆਂ ਰਹਿ ਜਾਂਦੀਆਂ ਤੇ ਹੁਣ ਉਹ ਆਪ ਤਰੀਕਾਂ ਭੁਗਤਣ ਰਹੇ ਨੇ। ਪਰ ਇਹ ਸਾਰੇ ਦਾ ਜਿਹੜਾ ਕੁੱਲ ਮਿਲਾ ਕੇ ਲਬੋ ਲਬਾਬ ਆ, ਉਹ ਸਿਰਫ ਔਰ ਸਿਰਫ ਰਾਜਨੀਤੀ ਆ। ਕੀ ਹੋਇਆ, ਕਿੱਦਾਂ ਹੋਇਆ, ਜੇ ਤੁਹਾਨੂੰ ਪਤਾ, ਮੈਨੂੰ ਪਤਾ, ਆਮ ਲੋਕ ਉਹਦੀਆਂ ਗੱਲਾਂ ਕਰਦੇ ਨੇ। ਕਮਿਸ਼ਨ ਉਹਦੇ ਲਈ ਬਣਾਏ ਗਏ, ਉਸ ਕਮਿਸ਼ਨ ਨੂੰ ਲੈ ਕੇ ਫਿਰ ਕਿੰਨੀਆਂ ਗੱਲਾਂ ਹੋਈਆਂ। SGPC ਕਦੇ ਕੁਛ ਕਹਿੰਦੀ ਆ ਉਹਦੇ ਲਈ ਲੈ ਕੇ, ਕਦੀ ਕੁਛ ਕਹਿੰਦੀ ਆ। ਕਾਂਗਰਸ ਨੇ ਇਹਦੇ ਲਈ ਸਪੈਸ਼ਲ ਸਦਨ ਬੁਲਾਇਆ ਕਿ ਅਸੀਂ ਇਦਾਂ ਕਰ ਦਿਆਂਗੇ, ਅਸੀਂ ਉਦਾਂ ਕਰ ਦਿਆਂਗੇ। ਸਿੱਧੂ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਇਸ ਮਸਲੇ ਦੇ ਵਿੱਚ ਹੈ ਉਹਦਾ ਹੱਲ ਹੋਣਾ ਚਾਹੀਦਾ। ਕੈਪਟਨ ਸਾਹਿਬ ਨੇ ਵੀ ਕਿਹਾ ਕਿ ਮੈਂ ਇਹਨਾਂ ਦੋਸ਼ੀਆਂ ਨੂੰ ਬਖਸ਼ੂੰਗਾ ਨਹੀਂ। ਤੇ ਇਹ ਇੱਕ ਇਹੋ ਜਿਹਾ ਕੇਸ ਸੀ ਜਿਹਦੇ ਵਿੱਚ ਅਣਪਛਾਤੇ ਪੁਲਿਸ ਮੁਲਾਜ਼ਮਾਂ ਤੇ ਗੋਲੀ ਚਲਾਉਣ ਦਾ ਤੇ ਕਤਲ ਦਾ ਪਰਚਾ ਦਰਜ ਕੀਤਾ ਗਿਆ। ਕਿ ਪੁਲਿਸ ਵੀ ਅਣਪਛਾਤੀ ਹੁੰਦੀ ਹੈ? ਮੁਲਾਜ਼ਮਾਂ ਨੂੰ ਗੋਲੀਆਂ ਦਿੱਤੀਆਂ ਜਾਂਦੀਆਂ, ਗੋਲੀਆਂ ਦੇ ਨੰਬਰ ਨੋਟ ਹੁੰਦੇ ਆ। ਜਿਹੜੀ ਗੋਲੀ ਜਿਹੜੀ ਬੰਦੂਕ ਚੋਂ, ਪਿਸਤੌਲ ਚੋਂ ਚੱਲੀ, ਕੀ ਉਹ ਪੁਲਿਸ ਵੀ ਅਣਪਛਾਤੀ ਹੁੰਦੀ ਹੈ? ਮਨਤਾਰ ਸਿੰਘ ਬਰਾੜ ਵੱਡੇ ਆਗੂ ਨੇ ਅਕਾਲੀ ਦਲ ਦੇ, ਉਹਨਾਂ ਦਾ ਬੇਟਾ ਆ ਸੁਹੇਲ ਸਿੰਘ, ਨਾਲ ਪੰਕਜ ਬਾਂਸਲ ਆ ਇੱਕ ਇਹਨਾਂ ਦਾ ਕੋਈ ਕਿਸੇ ਗਨ ਨੂੰ ਲੈ ਕੇ ਪੁਲਿਸ ਦੀ ਜਿਪਸੀ ਦੇ ਉੱਤੇ ਨਕਲੀ ਫਾਇਰ ਕਰਕੇ ਤੇ ਉਹਦੇ ਤੇ ਹਮਲਾ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਮੁੱਢਲੇ ਦੋਸ਼ੀ ਬਣਾਏ ਗਏ। ਇਹ ਸਾਰੀਆਂ ਜਿਹੜੀਆਂ ਗੱਲਾਂ ਆ ਉਹ 6-7 ਸਾਲ ਤੋਂ ਅਟਕ ਰਹੀਆਂ। ਕੁੰਵਰ ਵਿਜੇ ਪ੍ਰਤਾਪ ਇਹਨੂੰ ਦੇਖ ਰਹੇ ਸੀ ਸਿੱਟ ਨੂੰ, ਤੇ ਹੁਣ ਮਸਲਾ ਅਦਾਲਤ 'ਚ ਆ। ਇਹ ਸਾਰੇ ਲੋਕ ਅਦਾਲਤ 'ਚ ਪੇਸ਼ ਹੋਏ ਆ। ਪਰ ਮੈਂ ਇਸ ਸਾਰੇ ਡਰਾਮੇ ਨੂੰ ਸਿਰਫ ਰਾਜਨੀਤੀ ਨਾਲ ਜੋੜ ਕੇ ਹੀ ਦੇਖ ਰਿਹਾ, ਹੋਰ ਕੁਝ ਨਹੀਂ। ਤੇ ਇੱਕ ਡਰਾਮਾ ਜਿਹੜਾ ਹੋ ਰਿਹਾ ਉਹ ਵੀ ਸਿਆਸਤ ਨਾਲ ਜੁੜਦਾ ਜਾਂਦਾ ਹੈ। ਅੰਸਾਰੀ ਦਾ ਮਾਮਲਾ ਹੈ। ਅੰਸਾਰੀ ਦੀ ਪੇਸ਼ੀ ਹੋਈ ਤੇ ਉਹ ਜਿਹੜੀ ਗੱਡੀ 'ਚ ਬੈਠ ਕੇ ਗਿਆ, ਉੱਤੇ ਸਵਾਲ ਉੱਠ ਰਹੇ ਨੇ। ਮੈਂ ਇਸ ਖਬਰ ਨੂੰ ਵੀ ਹੋਰ ਕੁਝ ਨਹੀਂ ਤਾਂ ਬਹੁਤੀ ਸਨਸਨੀ ਨਾਲ ਹੀ ਦੇਖ ਰਿਹਾ। ਜੇ ਅਸੀਂ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਇੱਥੇ ਲੱਖਾਂ ਗੱਡੀਆਂ ਨੇ ਜਿਹਨਾਂ ਦੇ ਇੰਸ਼ੋਰੈਂਸ ਹੈ ਨਹੀਂ। ਲੱਖਾਂ ਦੀ ਗਿਣਤੀ 'ਚ ਇਹੋ ਜਿਹੀਆਂ ਗੱਡੀਆਂ ਹੋਣਗੀਆਂ ਜਿਨ੍ਹਾਂ ਦੇ ਕਾਗਜ਼ਾਤ ਜਿਹੜੇ ਨੇ ਉਹ ਖਰਾਬ ਹੋ ਗਏ ਨੇ ਜਾਂ ਹੈ ਨਹੀਂਗੇ। ਤੇ ਡਰਾਈਵਰਾਂ ਕੋਲ ਲਾਇਸੈਂਸ ਕਿੱਦਾਂ ਹੁੰਦੇ ਨੇ, ਕਿੱਦਾਂ ਨਹੀਂ ਹੁੰਦੇ ਨੇ, ਉਹ ਸਾਨੂੰ ਸਾਰਾ ਕੁਝ ਪਤਾ। ਬਹੁਤ ਸਾਰੀਆਂ ਗੱਡੀਆਂ ਇੱਥੇ ਸਾਡੇ ਪੰਜਾਬ ਦੇ ਵਿੱਚ ਹੀ ਹਜ਼ਾਰਾਂ ਦੀ ਗਿਣਤੀ 'ਚ ਦੌੜੀਆਂ ਫਿਰਦੀਆਂ ਜਿਹੜੀਆਂ ਜੁਗਾੜ ਨਾਲ ਬਣਾਈਆਂ ਹੋਈਆਂ। ਜਿਹਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਨਾਂ ਦੀ ਚੀਜ਼ ਹੋ ਹੀ ਨਹੀਂ ਸਕਦੀ। ਮੋਟਰ ਤੇ ਟਿਊਬਲ ਤੇ ਰੱਖਣ ਵਾਲਾ ਪੀਟਰ ਇੰਜਨ ਰੱਖ ਕੇ 4 ਟਾਇਰ ਲਾ ਕੇ ਤੇ ਛਕੜਾ ਜਿਹਾ ਬਣਾ ਕੇ ਸਬਜ਼ੀ ਵੇਚੀ ਜਾਂਦੇ ਆ, ਸ਼ਹਿਰਾਂ 'ਚ ਦੌੜੇ ਫਿਰਦੇ ਆ। ਐਕਸੀਡੈਂਟਾਂ ਦੇ ਸਬੱਬ ਹੀ ਬਣਦੇ ਨੇ। ਉਹ ਕਿਹੜਾ ਪੰਜਾਬ ਪੁਲਿਸ ਨੂੰ ਨਜ਼ਰ ਨਹੀਂ ਆਉਂਦੇ? ਮੋਟਰਸਾਈਕਲ ਦਾ ਅੱਧਾ ਵੱਢ ਕੇ ਤੇ ਉਹਦੇ ਪਿੱਛੇ ਇੱਕ ਰੇਹੜੀ ਬਣਾ ਕੇ ਤੇ ਸਾਡੇ ਜਿਹੜੇ ਪ੍ਰਵਾਸੀ ਲੇਬਰ ਵਾਲੇ ਨੇ ਉਹ ਬੰਦੇ ਸਬਜ਼ੀ ਵੇਚਦੇ ਨੇ ਜਾਂ ਹੋਰ ਛੋਟੀਆਂ-ਛੋਟੀਆਂ ਚੀਜ਼ਾਂ ਪਿੰਡਾਂ 'ਚ ਵੇਚਦੇ ਨੇ। ਉਹਦਾ ਕੋਈ ਸਰਟੀਫਿਕੇਟ, ਕੋਈ ਲਾਇਸੈਂਸ ਨਹੀਂ ਹੈ। ਉਹ ਪੰਜਾਬ ਪੁਲਿਸ ਨੂੰ ਨਜ਼ਰ ਨਹੀਂ ਆਉਂਦਾ। ਮੈਂ ਇਹਦੇ 'ਚ ਇੱਕ ਹੋਰ ਗੱਲ ਜੇ ਜੋੜਾਂ, ਉਹ ਮੇਰੇ ਆਪਣੇ ਮਨ 'ਚ ਕਈ ਵਾਰ ਰਹਿੰਦੀ ਆ। 12ਵੀਂ ਕਲਾਸ ਤੱਕ ਛੋਟੇ ਬੱਚੇ ਜਿਹੜੇ ਆ, 16 ਸਾਲ ਦਾ ਬੱਚਾ 10ਵੀਂ ਕਰਦਾ ਜੇ ਆਪਾਂ ਰੈਗੂਲਰ ਉਹਦੀ ਸਟੱਡੀ ਹੋਵੇ, 18 ਸਾਲ ਤੱਕ ਦਾ ਬੱਚਾ ਹੀ ਜਿਹੜਾ ਹੈ ਉਹ 12ਵੀਂ ਤੱਕ ਪੜ੍ਹਦਾ। 60% ਤੋਂ ਜ਼ਿਆਦਾ ਬੱਚੇ ਸਕੂਲਾਂ ਦੇ ਵਿੱਚ ਜਿਹੜੇ ਵਿਦਿਆਰਥੀ ਆ ਉਹ ਸਕੂਟਰ, ਮੋਟਰਸਾਈਕਲ ਜਾਂ ਸਕੂਟਰ ਜਿਹੜੇ ਐਕਟਿਵਾ ਆ, ਜਿਹੜੇ ਬਿਨਾਂ ਗੇਅਰ ਤੋਂ ਸਕੂਟਰ ਆ, ਉਹ ਲੈ ਕੇ ਸਕੂਲੇ ਆਉਂਦੇ ਨੇ। ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੁੰਦਾ ਤੇ ਹੈਲਮਟ ਕਿੰਨੇ ਕੁ ਪਾਉਂਦੇ ਨੇ ਤੇ ਉਹ ਸਾਨੂੰ ਪਤਾ। ਕਿ ਸਕੂਲ ਪ੍ਰਸ਼ਾਸਨ ਨੂੰ ਉਹ ਗੱਲ ਨਜ਼ਰ ਨਹੀਂ ਆਉਂਦੀ ਜਾਂ ਪੁਲਿਸ ਪ੍ਰਸ਼ਾਸਨ ਨੂੰ ਉਹ ਗੱਲ ਨਜ਼ਰ ਨਹੀਂ ਆਉਂਦੀ। ਟਰਾਂਸਪੋਰਟ ਵਿਭਾਗ ਦੇ ਵਿੱਚ ਜਿੰਨੀਆਂ ਕਿ ਬੇਨਿਯਮੀਆਂ ਨੇ, ਹੁਣੇ ਬਹੁਤ ਦਿਨਾਂ ਤੋਂ ਕਬਾੜ ਨੀਤੀ ਦੀ ਗੱਲ ਚੱਲ ਰਹੀ ਹੈ ਤੇ ਗ੍ਰੀਨ ਟੈਕਸ ਦੀ ਗੱਲ ਚੱਲ ਰਹੀ ਹੈ। ਤੇ ਮੁਖਤਾਰ ਅੰਸਾਰੀ ਦੇ ਕੋਲ ਜੇ ਇੱਕ ਇਹੋ ਜਿਹੀ ਐਂਬੂਲੈਂਸ ਘੁੰਮਦੀ ਆ ਜਿਹਦੇ ਕਾਗਜ਼ ਪੱਤਰ ਫਰਜ਼ੀ ਨੇ ਤੇ ਕੋਈ ਵੱਡੀ ਗੱਲ ਨਹੀਂ। ਇੱਥੇ ਬਹੁਤ ਕੁਝ ਬੇਫਰਜ਼ੀ ਚੱਲੀ ਜਾਂਦਾ। ਜੇ ਅਸੀਂ ਸ਼ੂਗਰ ਐਕਟ ਦੀ ਗੱਲ ਕਰਦੇ ਹਾਂ ਕਿ ਇੱਥੇ ਗੁੜ ਬਣਾ ਕੇ ਵੇਚਣਾ ਕਾਨੂੰਨੀ ਜੁਰਮ ਆ। ਕਿਸਾਨ ਆਪਣੇ ਲਈ ਗੁੜ ਬਣਾ ਸਕਦਾ। ਤੇ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਆਉਂਦੇ ਆ ਯੂਪੀ ਤੋਂ, ਬਿਹਾਰ ਤੋਂ, ਵੱਖ-ਵੱਖ ਸ਼ਹਿਰਾਂ ਤੋਂ। ਇੱਥੇ ਆ ਕੇ ਉਹ ਲੱਖਾਂ ਦੇ ਟਨ ਦੇ ਹਿਸਾਬ ਨਾਲ ਗੰਨਾ ਖਰੀਦਦੇ, ਉਹ ਤੋਂ ਗੁੜ ਬਣਾਉਂਦੇ ਆ ਤੇ ਉਹ ਵੇਚਦੇ ਆ। ਤੇ ਉਸ ਗੁੜ ਦੇ ਵਿੱਚ ਕੀ ਕੁਝ ਪਾਇਆ ਹੁੰਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਮੈਨੂੰ ਵੀ ਪਤਾ। ਨਹੀਂ, ਵੈਸੇ ਸੜਕਾਂ ਤੇ ਵੀ ਬੜਾ ਮਤਲਬ ਗੁੜ ਬਣਾਉਣ ਦਾ ਸਿਸਟਮ ਚੱਲ ਰਿਹਾ ਹੁੰਦਾ ਹੈ। ਬਿਲਕੁਲ। ਤੇ ਉਹ ਗੰਨਾ ਕਿਤੇ ਨਜ਼ਰ ਨਹੀਂ ਆਉਂਦਾ ਪਰ ਗੁੜ ਨਜ਼ਰ ਆਉਂਦਾ। ਨਹੀਂ, ਗੰਨਾ ਵੀ ਨਜ਼ਰ ਆਉਂਦਾ, ਉਹਦਾ ਗੁੜ ਬਣਦਾ ਵੀ ਨਜ਼ਰ ਆਉਂਦਾ। ਉਸ ਗੁੜ ਦੇ ਵਿੱਚ ਪੈਣ ਵਾਲੇ ਕੈਮੀਕਲ ਜੇ ਤੁਸੀਂ ਦੇਖ ਲਓ ਤਾਂ ਤੁਸੀਂ ਗੁੜ ਨਾ ਕਦੇ ਖਾਓ। ਤੇ ਉਹ ਹਰ ਜ਼ਿਲ੍ਹੇ ਦੇ ਜਿਹੜੇ ਹੈਲਥ ਅਫਸਰ ਨੇ ਉਹਨਾਂ ਨੂੰ ਵੀ ਪਤਾ, ਛਾਪੇ ਵੀ ਮਾਰਦੇ ਨੇ ਤੇ ਉਹ ਛਾਪਿਆਂ ਦੀ ਜਿਹੜੀ ਕਾਰਜਕਾਰੀ ਆ ਉਹ ਕਿੱਦਾਂ ਹੁੰਦੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਸੋ ਮੁਖਤਾਰ ਅੰਸਾਰੀ ਜਿਹੜਾ ਇੱਕ ਵੱਡਾ ਬਾਹੂਬਲੀ ਆ, 30 ਤੋਂ ਜ਼ਿਆਦਾ ਕੇਸ ਉਹਦੇ ਤੇ ਯੂਪੀ 'ਚ ਰਜਿਸਟਰਡ ਨੇ। ਅਸੀਂ ਡਿਟੇਲ ਦੇ ਵਿੱਚ ਉਹਦੀ ਗੱਲ ਕਰ ਚੁੱਕੇ ਹਾਂ। ਹੁਣ ਉਹ ਰੋਪੜ ਤੋਂ ਮੋਹਾਲੀ ਪੇਸ਼ ਹੋਣ ਲਈ ਗਿਆ ਸੀ, ਰੋਪੜ ਜੇਲ੍ਹ ਤੋਂ। ਤੇ ਉਹਦੀ ਜਿਹੜੀ ਐਂਬੂਲੈਂਸ ਆ ਉਹ ਬੜੀ ਲਗਜ਼ਰੀ ਆ, ਬੁਲਟ ਪ੍ਰੂਫ ਕਾਰ ਆ ਉਹਦੇ ਕੋਲ, ਜਿਹਦੇ 'ਚ ਉਹ ਪੇਸ਼ ਹੋਣ ਗਿਆ। SSP ਰੋਪੜ ਨੂੰ ਜਦੋਂ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਇਹਦੇ ਕੋਲ 2017-18 ਤੋਂ ਯੂਪੀ ਦੀ ਕੋਰਟ ਦੇ ਪਰਮਿਸ਼ਨਸ ਦੇ ਆਰਡਰ ਨੇ ਕਿ ਇਹ ਬੰਦਾ ਆਪਣੀ ਕਾਰ ਦੇ ਵਿੱਚ ਸਫ਼ਰ ਕਰ ਸਕਦਾ। ਪੰਜਾਬ ਸਰਕਾਰ ਕੋਲ ਐਂਬੂਲੈਂਸ ਕਾਰ ਹੋ ਸਕਦਾ ਉਹਨੂੰ ਲਿਜਾਣ ਲਈ ਨਾ ਹੋਵੇ। ਤੁਹਾਨੂੰ ਯਾਦ ਹੋਣਾ ਬੀਤੇ ਦਿਨੀ ਉਹਦੀ ਵਾਈਫ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਸੀ। ਕਿਉਂਕਿ ਯੂਪੀ ਦੇ ਵਿੱਚ ਐਨਕਾਊਂਟਰ ਹੋਇਆ ਸੀ ਪਿੱਛੇ ਜਿਹੇ ਇੱਕ ਵੱਡੇ ਗੈਂਗਸਟਰ ਦਾ। ਉਹਦਾ ਹੁਣ ਮੈਨੂੰ ਨਾਮ ਨਹੀਂ ਯਾਦ ਆ ਰਿਹਾ। ਉਹਦੇ ਸ਼ਹਿਰ ਦੇ ਵਿੱਚ ਉਹਨੂੰ ਪੁਲਿਸ ਫੜਨ ਗਈ ਸੀ ਤੇ ਉਹਨੇ ਬਹੁਤ ਸਾਰੇ ਪੁਲਿਸੀਏ ਮਾਰ ਦਿੱਤੇ ਸੀ। ਬਾਅਦ ਵਿੱਚ ਉਹ ਕਿਸੇ ਧਾਰਮਿਕ ਮੰਦਿਰ ਤੋਂ ਫੜਿਆ ਗਿਆ ਸੀ, ਫਿਰ ਉਹਨੂੰ ਵਾਪਸ ਲਿਆ ਰਹੇ ਸੀ ਤੇ ਉਹਦੀ ਇਨਕਾਊਂਟਰ ਕਰ ਦਿੱਤਾ ਗਿਆ ਸੀ। ਅੱਗੇ ਮੱਝ ਕੇ ਕਹਿੰਦੇ ਸੀ ਮੱਝਾਂ ਜਾਂ ਜਾਨਵਰ ਕੋਈ ਆ ਗਿਆ। ਹਾਂਜੀ, ਬਿਲਕੁਲ। ਉਹ ਜਿੱਦਾਂ BJP ਦੀ ਕਾਰ, ਚੋਣ ਕਮਿਸ਼ਨ ਦੀ ਕਾਰ ਲਈ BJP ਦੀ ਹੀ ਕਾਰ ਆਈ ਆ, ਇਦਾਂ ਹੀ ਉਹਦੀ ਕਾਰ ਅੱਗੇ ਵੀ ਮੱਝ ਸਪੈਸ਼ਲ ਆਈ ਸੀ ਉਹ।
ਤੇ ਇਹਦੀ ਵਾਈਫ ਨੂੰ ਖਤਰਾ ਸੀ ਕਿ ਮੁਖਤਾਰ ਅੰਸਾਰੀ ਦੀ ਜਿਹੜੀ ਜਾਨ ਨੂੰ ਖਤਰਾ ਆ, ਹੋ ਸਕਦਾ ਉਸੇ ਗੱਲ ਕਰਕੇ ਹੀ ਉਹਨੇ ਉਹ ਜਿਹੜੀ ਹੋਵੇ। ਸੋ ਇਹ ਸਿਰਫ ਇੱਕ ਅਖਬਾਰ ਦੀ ਖਬਰ ਆ ਕਿ ਉਹਨੂੰ ਮਸ਼ਹੂਰੀ ਦਿੱਤੀ ਜਾ ਰਹੀ ਆ, ਹੋਰ ਕੋਈ ਏਡੀ ਗੱਲ ਨਹੀਂ। ਤੇ ਸ਼ਰਮਾ ਜੀ, ਅਗਲਾ ਮੁੱਦਾ ਇਸ ਵੇਲੇ ਯਾਦ ਕਰਨਾ ਜ਼ਰੂਰੀ ਹੋ ਗਿਆ ਸਾਡੇ ਲਈ, ਕਿਉਂਕਿ ਕੱਲ ਇੱਕ ਬਹੁਤ ਹੀ ਅਜੀਜ਼ ਸ਼ਖਸੀਅਤ ਸਾਡੇ ਤੋਂ ਵਿਛੜ ਗਈ ਹੈ, ਜਿਹਨੂੰ ਅਸੀਂ ਪੰਜਾਬੀ ਲੋਕ ਗਾਇਕ ਦਾ ਹੀਰਾ ਕਹਿੰਦੇ ਹਾਂ। ਸ਼ੌਕਤ ਅਲੀ ਉਹਨਾਂ ਦਾ ਨਾਮ ਹੈ। ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖਦੇ ਨੇ। ਬਿਲਕੁਲ, ਉਹਨਾਂ ਬਾਰੇ ਕੁਝ ਦੱਸੋ। 1976 'ਚ ਉਹਨਾਂ ਨੂੰ ਇੱਕ ਅਵਾਰਡ ਮਿਲਿਆ ਸੀ, ਵੌਇਸ ਆਫ ਪੰਜਾਬ, ਜੋ ਪੰਜਾਬ ਦੀ ਆਵਾਜ਼ ਨੇ। ਤੇ ਉਹਨਾਂ ਬਾਰੇ ਤੁਸੀਂ ਚਾਹੇ ਫਿਰ ਉਹੀ ਗੱਲ ਆ ਕਿ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ, ਅਜੀਬ ਬੰਦੇ ਸੀ ਉਹ, ਕੈਸੇ ਅਜ਼ੀਮ ਕਲਾਕਾਰ ਸੀ ਜੀ। ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਸੀ ਕਿ ਤੁਸੀਂ ਲਹਿੰਦੇ ਪੰਜਾਬ ਤੋਂ, ਕਈ ਵਾਰ ਆਪਾਂ ਗੱਲ ਕਰਦੇ ਹਾਂ ਕਿ ਉਧਰਲਾ ਪੰਜਾਬ ਤੇ ਇੱਧਰਲਾ ਪੰਜਾਬ, ਤੇ ਉਹ ਇਸ ਗੱਲ ਤੋਂ ਬੜੇ ਖਫਾ ਹੁੰਦੇ ਸੀ ਤੇ ਅਕਸਰ ਇਹ ਗੱਲ ਕਹਿੰਦੇ ਸੀ ਕਿ ਯਾਰ ਪੰਜਾਬ ਤੇ ਪੰਜਾਬ ਆ, ਇੱਧਰਲਾ ਕੀ ਤੇ ਉੱਧਰਲਾ ਕੀ। ਜੀ। ਫਿਰ ਜਦੋਂ ਉਹਨਾਂ ਨੂੰ ਕਿਤੇ ਪੁੱਛਿਆ ਜਾਂਦਾ ਸੀਗਾ, ਸ਼ੌਕਤ ਅਲੀ ਜੀ ਨੂੰ ਅਕਸਰ ਜਦੋਂ ਕੋਈ ਇਹ ਗੱਲ ਪੁੱਛਦਾ ਸੀ ਕਿ ਤੁਸੀਂ ਇਹ ਜਿਹੜੀ ਉਸਤਾਦ ਗਾਇਕ ਕਿੱਦਾਂ ਬਣੇ ਤੇ ਤੁਸੀਂ ਇਹ ਸਿੱਖੀ ਕਿੱਦਾਂ, ਤੇ ਉਹ ਬੜਾ ਖੂਬਸੂਰਤ ਜਵਾਬ ਦਿੰਦੇ ਸੀ। ਉਹ ਕਹਿੰਦੇ ਮੇਰੀ 6ਵੀਂ ਪੀੜ੍ਹੀ ਜਿਹੜੀ ਉਹ ਗਾਇਕਾਂ ਦੀ ਆ, ਸਾਡੇ ਘਰ ਦੇ ਵਿੱਚ ਗਾਇਕੀ ਸੀ, ਬਾਪ ਦਾਦਾ ਪੜਦਾਦਾ ਸਾਰੇ ਗਾਉਂਦੇ ਸੀ, ਤੇ ਫਿਰ ਮੈਂ ਵੀ ਉਹਨਾਂ ਤੋਂ ਉਹਨਾਂ ਦੀ ਸੇਵਾ ਕਰਦਿਆਂ ਸਿੱਖ ਲਿਆ। ਇਹ ਜਿਹੜੀ ਗੁਰੂ ਸ਼ਿਸ਼ ਪਰੰਪਰਾ ਆ ਉਹਦੇ 'ਚ ਸੇਵਾ ਦਾ ਬੜਾ ਇੰਪੋਰਟੈਂਸ ਆ, ਬੜੀ ਸੇਵਾ ਕੀਤੀ ਜਾਂਦੀ ਹੈ। ਜਿਹੜੇ ਬੰਦੇ ਗਾਉਂਦੇ ਨੇ ਤੇ ਜਿਹੜੇ ਸਿਖਾਉਂਦੇ ਨੇ, ਚਾਹੇ ਉਹਨਾਂ ਲਈ ਕੁਛ ਉਹਨਾਂ ਦੀ ਤਿਮਾਰਦਾਰੀ ਕਰਨੀ ਹੋਵੇ, ਉਹਨਾਂ ਦੀਆਂ ਲੱਤਾਂ ਘੁੱਟਣੀਆਂ ਹੋਣ, ਉਹਨਾਂ ਲਈ ਕੁਝ ਖਾਣ ਪੀਣ ਨੂੰ ਲਿਆਉਣਾ ਹੋਵੇ, ਉਹਨਾਂ ਲਈ ਹੁੱਕੇ ਦਾ ਪ੍ਰਬੰਧ ਕਰਨਾ ਹੋਵੇ, ਜਾਂ ਜੋ ਕੁਝ ਵੀ ਸੀ। ਤੇ ਫਿਰ ਉਹ ਅਕਸਰ ਇਹ ਗੱਲ ਦੱਸਦੇ ਸੀਗੇ ਕਿ ਜਿੱਥੇ ਜਦੋਂ ਸੋਨੇ ਦੀ ਵਰਕਸ਼ਾਪ ਦੇ ਵਿੱਚ ਸੋਨਾ ਬਣਦਾ ਹੋਵੇ ਤੇ ਅਕਸਰ ਕਈ ਕਿਣਕੇ ਡਿੱਗ ਜਾਂਦੇ ਨੇ। ਤੇ ਉਹ ਤੁਸੀਂ ਉਹਨਾਂ ਨੂੰ ਵੱਡਾ ਕਲਾਕਾਰ ਕਹਿੰਦੇ ਆ, ਉਸਤਾਦ ਕਲਾਕਾਰ ਕਹਿੰਦੇ ਆ, ਵੌਇਸ ਆਫ ਪੰਜਾਬ ਕਹਿੰਦੇ ਆ, ਤੇ ਉਹ ਆਪਣੇ ਆਪ ਨੂੰ ਸੋਨਾ ਘੜਦੇ ਹੋਏ ਡਿੱਗਿਆ ਹੋਇਆ ਕਿਣਕਾ ਦੱਸਦੇ ਸੀ। ਬਹੁਤ ਖੂਬ, ਬਹੁਤ ਖੂਬ। ਸ਼ਰਮਾ ਜੀ, ਤੁਸੀਂ ਇਹ ਰਾਜ਼ ਖੋਲ ਕੇ ਨਾ ਸਾਡੀਆਂ ਅੱਖਾਂ ਸੱਚਮੁੱਚ ਖੋਲ ਗਏ। ਅਸਲ ਦੇ ਵਿੱਚ ਰਾਜ ਖੋਲਣ ਦੀ ਗੱਲ ਇਦਾਂ ਆ ਕਿ ਮੇਰੇ ਇੱਕ ਬਹੁਤ ਅਜੀਜ਼ ਦੋਸਤ ਨੇ, ਬਿੰਦਰ ਵਿਰਕ, ਇੱਥੋਂ ਬਿਰਕਾਂ ਪਿੰਡ ਤੋਂ, ਫਗਵਾੜੇ ਲਾਗੇ ਤੋਂ ਨੇ, ਐਡਮਿੰਟਨ ਰਹਿੰਦੇ ਨੇ ਉਹ। ਆਖਰੀ ਗੀਤ ਹੀ ਉਹਨਾਂ ਨੇ ਕੀਤਾ ਉਹਨਾਂ ਨਾਲ, ਬਿੰਦਰ ਵਿਰਕ ਦਾ ਲਿਖਿਆ ਹੋਇਆ ਗੀਤ ਉਹਨਾਂ ਨੇ 2019 ਦੇ ਅਖੀਰ ਦੇ ਵਿੱਚ ਗਾਇਆ ਸੀ। 20 ਦੇ ਵਿੱਚ ਉਹ ਬਿਮਾਰ ਹੋ ਗਏ ਤੇ 21 ਦੇ ਵਿੱਚ ਸਾਡੇ ਤੋਂ ਰੁਖਸਤ ਹੋ ਗਏ। ਉਸ ਗੀਤ ਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕੀਤੀ ਆ। ਉਹਦੇ ਜਿਹੜੇ ਆਖਰੀ ਲਾਈਨ ਆ ਮੈਨੂੰ ਯਾਦ ਨਹੀਂ ਹੋਈ, ਮੈਂ ਤੁਹਾਨੂੰ ਸੁਣਾਉਣਾ, ਬੜੀ ਛੋਟੀ ਜਿਹੀ ਗੱਲ ਸੀ। ਉਹ ਕਹਿੰਦੇ, ਅੱਲਾ ਕਰੇ ਰਹਿਮ ਕਿਤੇ ਇਹੋ ਜਿਹਾ ਖੇਲ ਹੋਵੇ, ਮਿਲਣ ਪੰਜਾਬ ਦੋਵੇਂ ਮੇਲੀਆਂ ਦਾ ਮੇਲ ਹੋਵੇ, ਬਿੰਦਰ ਦੇ ਨਾਲ ਮੈਂ ਵੀ ਕਿਤੇ ਚੱਲਾਂ, ਯਾਰਾਂ ਨਾਲ ਬਹਿ ਕੇ ਕਰਾਂ ਯਾਰਾਂ ਦੀਆਂ ਗੱਲਾਂ। ਤੇ ਉਹ ਦੋਨਾਂ ਪੰਜਾਬਾਂ ਨੂੰ ਮਿਲਾਉਣ ਦੇ ਲਈ ਤੇ ਉਹ ਸ਼ਦਾ ਦੀ ਹੱਦ ਤੱਕ ਤਿਆਰ ਰਹਿੰਦੇ ਸੀ। ਬਹੁਤ ਸਾਰੀਆਂ ਗੱਲਾਂ ਉਹ ਕਰਦੇ ਰਹਿੰਦੇ ਸੀ। ਲਾਹੌਰ ਦੇ ਵਿੱਚ ਬਹੁਤ ਮਸ਼ਹੂਰ ਫਾਰੂਕ ਸਟੂਡੀਓ ਆ, ਜਿੱਥੇ ਬਹੁਤ ਅਜ਼ੀਮ ਲੋਕਾਂ ਨੇ ਗਾਇਆ। ਨੁਸਰਤ ਸਾਹਿਬ ਦੀਆਂ ਬਹੁਤ ਸਾਰੀਆਂ ਰਿਕਾਰਡਿੰਗਸ ਉੱਥੇ ਹੀ ਹੋਈਆਂ। ਉਹਨਾਂ ਦੀ ਵਜ੍ਹਾ ਨਾਲ ਹੀ ਇਹਨਾਂ ਦੀ ਬਿੰਦਰ ਵਿਰਕ ਨਾਲ ਗੱਲਬਾਤ ਹੋਈ ਤੇ ਫਿਰ ਆਖਰੀ ਜਿਹੜਾ ਗੀਤ ਆ ਇਹਨਾਂ ਨੇ ਗਾਇਆ। ਤੇ ਬੀਤੇ ਦਿਨਾਂ ਤੋਂ ਬਹੁਤ ਸਾਰੀ ਗੱਲਬਾਤ ਰੋਜ਼ ਹੁੰਦੀ ਸੀ ਉਹਨਾਂ ਨਾਲ। ਮੇਰੇ ਨਾਲ ਤਾਂ ਨਹੀਂ ਹੋਈ ਸੀ, ਬਿੰਦਰ ਜੀ ਨਾਲ ਜਾਂ ਹੋਰ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨਾਲ ਬਿੰਦਰ ਭਾਈ ਨਾਲ ਕੱਲ੍ਹ ਗੱਲ ਕੀਤੀ, ਉਹ ਬਹੁਤ ਗਮਜ਼ਦਾ ਸੀ। 3 ਬੇਟੇ ਨੇ ਉਹਨਾਂ ਦੇ। ਉਹਨਾਂ ਦਾ ਬੇਟੇ ਇੱਕ ਕੈਨੇਡਾ ਰਹਿੰਦੇ ਨੇ, 2 ਇੱਥੇ ਹੀ ਨੇ। ਉਹਨਾਂ 'ਚੋਂ ਸਭ ਤੋਂ ਛੋਟਾ ਬੇਟਾ ਜਿਹੜਾ ਆ ਉਹ ਵੀ ਅਗਲੇ ਗਾਣੇ ਦੀ ਗੀਤ ਦੀ ਤਿਆਰੀ ਕਰ ਰਿਹਾ। ਸਾਰੇ ਅੱਛਾ ਗਾਉਂਦੇ ਨੇ, ਬੜਾ ਗਮ ਆ ਇਸ ਗੱਲ ਦਾ। ਪਰ ਇੱਕ ਗੱਲ ਹੋਰ ਆ ਪਰਮਿੰਦਰ ਜੀ, ਕਿ ਇਹੋ ਜਿਹੇ ਲੋਕ ਦੁਨੀਆ ਤੋਂ ਸਰੀਰਕ ਤੌਰ ਤੇ ਹੀ ਜਾਂਦੇ ਨੇ, ਉਹਨਾਂ ਦੀ ਆਵਾਜ਼ ਦੇ ਤੌਰ ਤੇ ਉਹ ਹਮੇਸ਼ਾ ਜ਼ਿੰਦਾ ਰਹਿੰਦੇ ਨੇ। ਬੀਤੇ ਸਮੇਂ 'ਚ ਅਸੀਂ ਸਿਕੰਦਰ ਸਾਹਿਬ ਨੂੰ ਜਾਂਦੇ ਦੇਖਿਆ ਤੇ ਉਦੋਂ ਉਸ ਦਿਨ ਵੀ ਗੱਲ ਹੋਈ ਸੀ ਕਿ ਸ਼ੌਕਤ ਅਲੀ ਠੀਕ ਨਹੀਂ ਹੈਗੇ, ਬਹੁਤ ਦਿਨਾਂ ਤੋਂ ਬਿਮਾਰ ਸੀ। ਬਹੁਤ ਮਸ਼ਹੂਰ ਗੀਤ ਉਹਨਾਂ ਨੇ ਗਾਏ, ਬਹੁਤ ਕੰਮ ਕੀਤਾ ਇਸ ਇੰਡਸਟਰੀ ਦੇ ਵਿੱਚ ਉਹਨਾਂ ਨੇ। ਸਾਡੇ ਪੰਜਾਬ ਦੇ ਵਿੱਚ ਇੱਕ ਸਭ ਤੋਂ ਮਸ਼ਹੂਰ ਗੀਤਾਂ ਦੀ ਗੱਲ ਕਰੀਏ ਤੇ ਗੁਰਦਾਸ ਮਾਨ ਦੇ ਛੱਲੇ ਨੂੰ ਕਿਹਾ ਜਾਂਦਾ ਕਿ ਪੰਜਾਬੀ ਦੇ ਵਿੱਚ ਬਹੁਤ ਮਸ਼ਹੂਰ ਗੀਤ, ਜਿਹੜਾ ਸਭ ਤੋਂ ਮਸ਼ਹੂਰ ਗੀਤਾਂ ਦੀ ਸ਼੍ਰੇਣੀ ਦੇ ਵਿੱਚ ਛੱਲੇ ਦਾ ਨਾਮ ਆਉਂਦਾ। ਤੇ ਤੁਸੀਂ ਹੈਰਾਨ ਹੋਵੋਗੇ ਕਿ ਇਹ ਛੱਲਾ ਲਿਖਿਆ ਵੀ ਸ਼ੌਕਤ ਅਲੀ ਖਾਨ ਦਾ ਆ, ਗਾਇਆ ਵੀ ਸ਼ੌਕਤ ਅਲੀ ਖਾਨ ਦਾ, ਤੇ ਇਹਦਾ ਜਿਹੜਾ ਮਿਊਜ਼ਿਕ ਆ ਉਹ ਵੀ ਸ਼ੌਕਤ ਅਲੀ ਖਾਨ ਦਾ। ਬਹੁਤ ਖੂਬ। ਅਸੀਂ ਤਾਂ ਗੁਰਦਾਸ ਮਾਨ ਦਾ ਛੱਲਾ ਹੀ ਸਮਝਦੇ ਰਹੇ, ਅੱਜ ਅਸਲੀਅਤ ਪਤਾ ਲੱਗ ਗਈ ਹੈ ਜੀ। ਤੋ ਅੰਮ੍ਰਿਤ ਜੀ, ਗੱਲਾਂ ਤੇ ਬਹੁਤ ਸਾਰੀਆਂ ਨੇ, ਪਰ ਇਸ ਵੇਲੇ ਸਮਾਂ ਖਤਮ ਹੋ ਗਿਆ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਇਹਦੇ ਨਾਲ ਹੀ ਵਿਚਾਰ ਚਰਚਾ ਪ੍ਰੋਗਰਾਮ ਦਾ ਅੱਜ ਦਾ ਅੰਕ ਇੱਥੇ ਹੀ ਸਮੇਟਦੇ ਹਾਂ। ਇਜਾਜ਼ਤ ਚਾਹਾਂਗੇ। ਧੰਨਵਾਦ।